बोले सो निहाल। ਸਭ ਤੋਂ ਜਿਹੜਾ ਭਖਦਾ ਮਸਲਾ ਹੈ ਜਾਂ ਜਿਹੜਾ ਸਭ ਤੋਂ ਅਹਿਮ ਮਸਲਾ ਹੈ ਸਾਡੇ ਬੰਦੀ ਸਿੱਖ ਭਰਾਵਾਂ ਦਾ ਹੈ। ਚਾਹੇ ਕੋਈ ਪੰਜਾਬ 'ਚ ਬੈਠਾ ਬੰਦਾ, ਚਾਹੇ ਗੁਰੂ ਨਾਨਕ ਲੇਵਾ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠਾ, ਉਹਨਾਂ ਦੇ ਮਨ ਦੀ ਇੱਛਾ ਹੈ ਕਿ ਬੰਦੀ ਸਿੰਘਾਂ ਨਾਲ ਬਹੁਤ ਵੱਡੀ ਇਸ ਵੇਲੇ ਜਾਤੀ ਹੋ ਰਹੀ ਹੈ, ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਹੈ। ਬੱਚੇ ਦੀ ਜ਼ੁਬਾਨ 'ਤੇ ਗੱਲ ਹੈ, ਚਾਹੇ ਕੋਈ ਪੰਜਾਬੀ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਹੋਰ ਹੈ, ਹਰ ਇੱਕ ਦੇ ਮਨ 'ਤੇ ਹੈ ਕਿ ਇੱਕ ਕਿਸਮ ਦੀ ਬਹੁਤ ਵੱਡੀ ਜਾਤੀ ਉਹਨਾਂ ਨੂੰ ਛੁਡਾਉਣਾ ਚਾਹੀਦਾ ਹੈ। ਉਹਦੇ ਵਾਸਤੇ ਸਾਰੇ ਕਾਰਵਾਈਆਂ ਕਰਨ ਲੱਗੇ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਿਹਰਬਾਨੀ, ਉਹਨਾਂ ਦੀ ਅਪੀਲ ਦੇ ਉੱਤੇ ਸਾਰੇ ਇਕੱਠੇ ਹੋ ਕੇ ਇੱਕ ਫੈਸਲਾ ਹੋਇਆ ਕਿ ਰਲ ਮਿਲ ਕੇ ਸਾਰਾ ਦਿੱਲੀ ਦਰਬਾਰ ਤੇ ਪਹੁੰਚ ਕਰਕੇ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਹਦੇ ਤੇ ਸਾਰਿਆਂ ਨੇ ਫੈਸਲਾ ਵੀ ਕਰ ਲਿਆ, ਚਿੱਠੀਆਂ ਵੀ ਲਿਖਤੀਆਂ, ਪਰ ਬੜੇ ਦੁੱਖ ਦੀ ਗੱਲ ਆ, ਹਾਲੇ ਪ੍ਰਾਈਮ ਮਿਨਿਸਟਰ ਸਾਹਿਬ ਵੱਲੋਂ ਵੀ ਤੇ ਹੋਮ ਮਿਨਿਸਟਰ ਸਾਹਿਬ ਵੱਲੋਂ ਵੀ ਸਾਨੂੰ ਕੋਈ ਜਵਾਬ ਨਹੀਂ ਆਇਆ। ਸਿੱਖ ਕੌਮ ਨੇ ਜਿੰਨੀਆਂ ਕੁਰਬਾਨੀਆਂ ਇਸ ਦੇਸ਼ ਲਈ ਕੀਤੀਆਂ ਨੇ ਕੋਈ ਹੋਰ ਕਰ ਨਹੀਂ ਸਕਦਾ। ਪੰਜਾਬੀਆਂ ਨੇ, ਸਿੱਖ ਕੌਮ ਨੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਇਸ ਦੇਸ਼ ਦੀ ਆਜ਼ਾਦੀ ਲਿਆਉਣ ਵਾਸਤੇ ਵੀ ਤੇ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਵੀ ਤੇ ਦੇਸ਼ ਦਾ ਢਿੱਡ ਭਰਨ ਵਾਸਤੇ ਵੀ, ਪਰ ਹਲੇ ਮੈਂ ਕਹਿੰਦਾ ਬੜੇ ਦੁੱਖ ਨਾਲ ਕਿ ਉਹਦਾ ਮੁੱਲ ਨਹੀਂ ਪਿਆ। ਕਿਉਂਕਿ ਨਹੀਂ ਤਾਂ ਜਿਹੜੇ ਲੋਕੀ ਆਪਣੀਆਂ ਕੈਦਾਂ ਪੂਰੀਆਂ ਕਰ ਲੈਂਦੇ ਨੇ, ਚਲੋ ਉਹਨਾਂ ਨੇ ਕੋਈ ਲਾਲਚ ਦੇ ਵਾਸਤੇ, ਜਿਹੜੇ ਸਾਰੇ ਸਾਡੇ ਸਿੰਘ ਨੇ ਇਹਨਾਂ ਨੇ ਕੋਈ ਲਾਲਚ ਵਾਸਤੇ ਕੰਮ ਨਹੀਂ ਕੀਤਾ ਵੀ ਕੋਈ ਆਪਣੇ ਲਾਲਚ ਵਾਸਤੇ ਜਾਂ ਆਪਣੇ ਫਾਇਦੇ ਵਾਸਤੇ ਕੀਤਾ। ਉਸ ਵੇਲੇ ਸਿਚੁਏਸ਼ਨ ਹੀ ਇਹ ਪੈਦਾ ਹੋ ਗਈ ਸੀਗੀ ਕਿ ਹਰਿਮੰਦਰ ਸਾਹਿਬ ਦੀ ਜਿਵੇਂ ਇੱਕ ਹਿਸਟਰੀ ਹੈ ਵੀ ਜਿੱਥੇ ਵੀ ਕੋਈ ਉਸ ਹਰਿਮੰਦਰ ਸਾਹਿਬ 'ਤੇ ਜਿਹਨੇ ਹਮਲਾ ਕੀਤਾ ਉਹ ਬੰਦਾ 6 ਮਹੀਨੇ ਜਿਉਂਦਾ ਨਹੀਂ ਰਿਹਾ। ਸੋ ਉਸ ਹਿਸਟਰੀ ਦੇ ਨਾਲ ਹੀ ਆਪਣੇ ਆਪ ਨੂੰ ਸਾਰਿਆਂ ਨੂੰ ਦੁਹਰਾਉਣਾ ਹੁੰਦਾ ਵੀ ਜਿਹੜੇ ਵੀ ਉਸ ਵੇਲੇ ਦੀਆਂ ਸਥਿਤੀਆਂ 'ਚ ਕੋਈ ਗੱਲ ਕਰਦੇ ਆ, ਉਸ ਵੇਲੇ ਦੇ ਸਮੇਂ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਨੇ ਉਹ ਗੱਲਾਂ ਕੀਤੀਆਂ ਨੇ। ਪਰ ਚਲੋ ਜੋ ਗੱਲਾਂ ਕੀਤੀਆਂ ਉਹਦੇ ਮੁਤਾਬਕ ਕੋਰਟਾਂ ਨੇ ਸਜ਼ਾ ਦਿੱਤੀ, ਜੋ ਸਾਡਾ ਪ੍ਰੋਸੀਜਰ ਹੈ, ਅਦਾਲਤਾਂ ਨੇ ਸਜ਼ਾ ਦਿੱਤੀ ਤੇ ਸਜ਼ਾ ਤੋਂ ਵੀ ਜ਼ਿਆਦਾ ਕੈਦਾਂ ਕੱਟ ਚੁੱਕੇ ਨੇ। ਕੋਈ 30 ਸਾਲ ਕੱਟ ਗਿਆ, ਕੋਈ 28 ਸਾਲ ਕੱਟ ਗਿਆ, ਕੋਈ 32 ਸਾਲ ਕੱਟ ਗਿਆ, ਸਾਰੇ ਕੈਦਾਂ ਕੱਟ ਕੇ ਹਲੇ ਵੀ ਗੌਰਮੈਂਟਾਂ ਉਹਨਾਂ ਨੂੰ ਛੱਡਣ ਦਾ ਵਿਚਾਰ ਨਹੀਂ ਕਰ ਰਹੀਆਂ, ਸੋਚ ਨਹੀਂ ਰਹੀਆਂ। ਇੱਕ ਕਿਸਮ ਦੀ ਜਾਤੀ ਲੈ ਲਓ, ਹੁਣੇ ਜਿਹੜਾ ਰਾਜੀਵ ਗਾਂਧੀ ਮਾਰਿਆ ਸੀ ਜਿਨ੍ਹਾਂ ਨੇ ਉੱਥੇ ਲੰਕਾ ਦੇ ਉਹਦੇ ਤਾਮਿਲਨਾਡੂ ਦੇ ਵਿੱਚ, ਉਹ ਬੰਦਾ ਵੀ ਰਿਹਾ ਕਰਤਾ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ, ਤੇ ਉੱਥੋਂ ਦਾ ਚੀਫ ਮਿਨਿਸਟਰ ਨੇ ਉਹਨੂੰ ਜੱਫੀ ਪਾ ਕੇ ਉਹਦਾ ਸਵਾਗਤ ਕੀਤਾ। ਤੇ ਆਪਣੇ ਇਹਨਾਂ ਸਾਰਿਆਂ ਨੂੰ ਤੁਸੀਂ ਲੈ ਲਓ ਵੀ ਦਵਿੰਦਰਪਾਲ ਭੁੱਲਰ ਜੀ ਆ ਜਿਹੜੇ, ਉਹਨਾਂ ਦੀ ਸੁਪਰੀਮ ਕੋਰਟ ਨੇ ਸਜ਼ਾ ਮਾਫ ਕਰਤੀ, ਸਾਰੇ ਆਰਡਰ ਹੋ ਗਏ ਵੀ ਇਹਨੂੰ ਛੱਡ ਦਿਓ। ਦਿੱਲੀ ਗੌਰਮੈਂਟ ਟਿੱਕਾ ਲਾਈ ਬੈਠੀ ਆ, ਉਹ ਨਹੀਂ ਛੱਡ ਰਹੀ। ਹਾਲਾਂਕਿ ਭੁੱਲਰ ਉਹਦੇ ਤੇ ਲਿਖਦੇ ਆ ਕਿ ਬੜਾ ਖਤਰਨਾਕ ਬੰਦਾ, ਜੇ ਇਹਨੂੰ ਛੱਡਤਾ ਤਾਂ ਪਤਾ ਨਹੀਂ ਕੀ ਹੋ ਜੂ। ਹਾਲਾਂਕਿ ਉਹ ਵਿਚਾਰਾ ਮੈਂਟਲੀ ਅਪਸੈਟ ਹੈ। ਮੇਰੇ ਹਲਕੇ ਦਾ ਪਿੰਡ ਆ, ਉਹਦਾ ਬਹੁਤ ਹੀ ਨੇਕ ਇਨਸਾਨ ਸੀ, ਪਰ ਸਮੇਂ ਦੀਆਂ ਪ੍ਰਸਥਿਤੀਆਂ ਨੇ ਉਸ ਗੱਲਾਂ ਦੇ ਵਿੱਚ ਲਿਆਂਦਾ। ਸੋ ਅੱਜ ਅਸੀਂ ਸਾਰੇ ਇਸ ਗੱਲ ਤੇ ਕੁਦਰਤੀ ਸੰਗਰੂਰ ਦੀ ਬਾਈ ਇਲੈਕਸ਼ਨ ਆ ਗਈ, ਇਹ ਵੀ ਇੱਕ ਹੀਲਾ ਵਸੀਲਾ ਹੁੰਦਾ ਹੈ। ਹਰ ਹੀਲਾ ਅਸੀਂ ਵਰਤਣਾ ਉਹਨਾਂ ਆਪਣੇ ਭਰਾਵਾਂ ਨੂੰ ਛੁਡਾਉਣ ਦੀ ਖਾਤਰ, ਕੋਈ ਹੀਲਾ ਅਸੀਂ ਬਾਕੀ ਨਹੀਂ ਰਹਿਣ ਦੇਣਾ। ਜਿਵੇਂ ਸਾਰੇ ਇਸ ਵੇਲੇ ਪੰਜਾਬੀ ਇਕੱਠੇ ਹੋਏ ਨੇ, ਸੋ ਜਿਵੇਂ ਆਪਣਾ 1999 ਦੇ ਵਿੱਚ ਮਾਨ ਸਾਹਿਬ ਨੂੰ ਬਾਹਰ ਲਿਆਂਦਾ ਸੀ ਇਲੈਕਸ਼ਨ ਦੇ ਵਿੱਚ ਖੜਾ ਹੋ ਕੇ, ਜੇਲ੍ਹ ਦੇ ਵਿੱਚ ਹੀ ਉਹ ਬੈਠੇ ਸੀਗੇ ਤੇ ਉਸ ਵੇਲੇ ਵੱਡੀ ਗਿਣਤੀ ਨਾਲ ਜਿਤਾ ਕੇ ਉਹਨਾਂ ਨੂੰ ਆਪਾਂ ਬਾਹਰ ਲੈ ਕੇ ਆਉਂਦੇ ਸੀ। ਇਵੇਂ ਜੀ ਕਿ ਹੁਣ ਜਿਹੜੇ ਸਾਡੇ ਬੰਦੀ ਸਿੰਘ ਹੈ, ਚਾਹੇ ਉਹ ਹਵਾਰਾ ਜੀ ਨੇ, ਚਾਹੇ ਭਾਈ ਰਾਜੋਆਣਾ ਜੀ ਨੇ, ਚਾਹੇ ਭਾਈ ਦਵਿੰਦਰਪਾਲ ਭੁੱਲਰ ਜੀ ਨੇ, ਹੋਰ ਨੇ 10-11 ਬੰਦੇ ਨੇ, ਸਾਰੇ ਜਿੰਨੇ ਵੀ ਹੈਗੇ ਨੇ, ਅਸੀਂ ਕਹਿੰਦੇ ਕੋਈ ਕਿਸੇ ਦਾ ਸਾਥੋਂ ਨਾ ਰਹਿ ਵੀ ਸਕਦਾ, ਕਿੰਨੇ ਵੀ ਹੈਗੇ ਨੇ ਜਿਨ੍ਹਾਂ ਨੇ ਇਸ ਪਾਸੇ ਲੈਣ ਦੇ ਵਿੱਚ ਨੇ, ਸਾਰੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜ਼ਿਆਦਾ ਕੈਦਾਂ ਕੱਟ ਚੁੱਕੇ ਨੇ, ਉਹਨਾਂ ਨੂੰ ਅਸੀਂ ਬਾਹਰ ਕਢਾਉਣਾ ਹੈ। ਸੋ ਉਸੇ ਕੜੀ ਦੇ ਵਿੱਚ ਵੀ ਇੱਕ ਫੈਸਲਾ ਆਇਆ ਫਿਰ ਸਾਰਿਆਂ ਦਾ ਰਲ ਮਿਲ ਕੇ ਵੀ ਜਿਵੇਂ ਸਾਰੇ ਆਪਾਂ ਇਸ ਗੱਲ ਦੇ ਉੱਤੇ ਇਕੱਠੇ ਹੋਏ ਆ, ਸਾਰੇ ਇੱਕ ਲਾਈਨ 'ਤੇ ਚੱਲੇ ਆਪਾਂ ਉਹਨਾਂ ਨੂੰ ਛੁਡਾਉਣ ਦੀ ਖਾਤਰ, ਤੇ ਨਾਲ ਇਹ ਪਾਰਲੀਮੈਂਟ ਵੀ ਸਾਡੇ ਕੋਲ ਇੱਕ ਵਸੀਲਾ ਆ ਗਿਆ। ਹਾਲਾਂਕਿ ਇਹਨਾਂ ਪਰਿਵਾਰਾਂ ਵਾਸਤੇ ਪਾਰਲੀਮੈਂਟ ਦੀ ਚੋਣ ਕੋਈ ਅਹਿਮੀਅਤ ਨਹੀਂ ਰੱਖਦੀ ਹੈਗੀ, ਕੋਈ ਵੱਡੀ ਗੱਲ ਨਹੀਂ ਹੈਗੀ ਇਹਨਾਂ ਵਾਸਤੇ। ਗੱਲ ਤਾਂ ਇੱਕ ਹੀਲਾ ਵਸੀਲਾ ਉਸ ਗੱਲ ਦਾ ਆ ਗਿਆ, ਸਾਡੇ ਕੋਲ ਇੱਕ ਵਧੀਆ ਸੁਨਹਿਰੀ ਮੌਕਾ ਆ ਗਿਆ ਕਿ ਉਹਨਾਂ ਬਾਹਰ ਕਢਾਉਣ ਦਾ। ਸੋ ਇਸ ਕਰਕੇ ਫੈਸਲਾ ਹੁਣ ਫਿਰ ਉਹੀ ਆਇਆ ਕਿ ਜਿਹੜੀ ਇੱਕ ਬੰਦੀ ਸਿੰਘਾਂ ਦੀ ਕਮੇਟੀ ਬਣੀ ਵੀ ਹੈ, ਸਾਡੇ ਚੰਗੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਾ, ਬਾਬਾ ਧੁੰਮਾ ਜੀ, ਅਕਾਲ ਤਖਤ ਦੇ ਜਥੇਦਾਰ ਸਾਹਿਬ, ਹੋਰ ਸਾਰਿਆਂ ਨੇ ਵੀ ਇਹਦੇ 'ਤੇ ਵੀ ਆਪਾਂ ਇਸ ਨੂੰ ਵੀ ਕਰਕੇ ਵੇਖੋ ਜੇ ਇਹਦੇ 'ਚ ਕੋਈ ਉਹ ਬੰਦੀ ਸਿੰਘਾਂ ਦਾ ਫਾਇਦਾ ਹੋ ਜੇ, ਤੇ ਇਸ ਕੋਈ ਬੰਦੀ ਸਿੰਘਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਪਰਿਵਾਰ ਦਾ ਕੋਈ ਜਿਹੜਾ ਮੈਂਬਰ ਹੈ ਉਹ ਉਠਾਇਆ ਜਾਵੇ। ਸੋ ਅਸੀਂ ਉਸੇ ਕੜੀ ਦੇ ਵਿੱਚ ਹੀ ਅੱਜ ਬੀਬਾ ਜੀ ਨੂੰ ਅਸੀਂ ਬੇਨਤੀ ਕਰਨ ਦੇ ਲਈ ਸਾਰੀ ਪਾਰਟੀ ਆਏ ਹਾਂ, ਸਾਰੇ ਇਕੱਠੇ ਹੋ ਕੇ ਵੀ ਤੁਸੀਂ ਇਹ ਜਿਹੜੀ ਸਾਰੀ ਲੋਕਾਂ ਦੀ ਮੰਗ ਹੈ, ਸਾਰੇ ਪੰਥ ਦੀ ਮੰਗ ਹੈ, ਪੰਥਕ ਜਥੇਬੰਦੀਆਂ ਦੀ ਮੰਗ ਹੈ ਵੀ ਆਪਾਂ ਬੰਦੀ ਸਿੰਘਾਂ ਦੇ ਵਿੱਚੋਂ ਸਭ ਤੋਂ ਵੱਡੀ, ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਤੁਹਾਨੂੰ ਦੱਸੀਏ, ਇਹਨਾਂ ਦਾ ਭਰਾ ਬਿਲਕੁਲ ਨੌਜਵਾਨ ਸੀਗਾ, ਛੋਟੀ ਉਮਰ ਦਾ, ਕੁਆਰਾ ਹੀ ਸੀਗਾ ਹਲੇ, ਭਾਈ ਹਰਪਿੰਦਰ ਸਿੰਘ ਗੋਲਡੀ,
ਉਹ ਵੀ ਉਸ ਵੇਲੇ 92 ਦੇ ਵਿੱਚ ਕਾਹਲੋਂ ਸਾਹਿਬ ਬਠਿੰਡੇ ਐਸਐਸਪੀ ਹੁੰਦੇ ਸੀ। ਬਹੁਤ ਮਾੜਾ ਐਸਐਸਪੀ ਸੀ, ਮੈਨੂੰ ਕਹਿਣ ਦੇ ਵਿੱਚ ਕੋਈ ਝੇਪ ਨਹੀਂ, ਮੈਨੂੰ ਪਤਾ ਉਹਦਾ, ਕਿਉਂਕਿ ਬਠਿੰਡੇ ਨਾਲ ਮੈਂ ਸੰਬੰਧਿਤ ਹੋਣ ਕਰਕੇ। ਉਹ ਮਾਰਿਆ ਤਾਂ ਧੱਕੇ ਨਾਲ ਫੜ ਕੇ। ਇਹਨਾਂ ਦੀ ਸਿਸਟਰ ਵੱਡੀ ਜਿਹੜੀ ਬਹੁਤ ਹੀ ਕਾਬਲ ਸੀਗੀ, ਉਹਨੂੰ ਸ਼ਹੀਦ ਕੀਤਾ। ਇਹਨਾਂ ਦੇ ਘਰ ਦਾ ਸਮਾਨ ਸਾਰਾ ਚੱਕ ਕੇ ਲੈ ਗਏ। ਜਾਣੀ ਇਹਨਾਂ ਦੇ ਬਾਪ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ, ਬਹੁਤ ਜ਼ਿਆਦਾ ਇੰਨਾ ਤਸ਼ੱਦਦ ਝੱਲਿਆ ਇਸ ਪਰਿਵਾਰ ਨੇ। ਜਿਹੜੇ ਲੋਕ ਕੰਢੇ ਅਖੀਰ ਇਹ ਪਰਿਵਾਰ ਉਹ ਪਿੰਡ ਹੀ ਛੱਡ ਗਿਆ ਸੀ। ਇਹਨਾਂ ਦਾ ਪਿੰਡ ਵੀ ਮੇਰੇ ਹਲਕੇ 'ਚ ਪੈਂਦਾ, ਮਹਾਰਾਜ ਪਿੰਡ। ਉਹ ਵੀ ਹਾਰ ਕੇ ਪਿੰਡ ਹੀ ਛੱਡ ਗਏ ਸੀ ਉੱਥੋਂ, ਇੰਨਾ ਜ਼ੁਲਮ ਤਸ਼ੱਦਦ ਉੱਥੇ ਉਹ ਕਰ ਰਿਹਾ ਸੀਗਾ। ਜਿਹੜੀ ਇਸ ਪਰਿਵਾਰ, ਇਹ ਬਹੁਤ ਵੱਡੀ ਕੁਰਬਾਨੀ ਵਾਲਾ ਪਰਿਵਾਰ ਨੂੰ ਫਿਰ ਅਸੀਂ ਸੋਚ ਕੇ ਸਾਰੇ, ਰਾਜੋਆਣਾ ਸਾਹਿਬ ਦੀ ਸਿਸਟਰ ਨੇ, ਇਸ ਕਰਕੇ ਅਸੀਂ ਸਾਰੇ ਇਹਦਾ ਫੈਸਲਾ ਸੀ ਬੇਨਤੀ ਕਰਕੇ ਸਾਰੀ ਪਾਰਟੀ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ। ਸਾਨੂੰ ਆਸ ਹੈ ਕਿ ਸਾਡੀ ਬੇਨਤੀ ਨੂੰ ਇਹ ਬੀਬਾ ਜੀ ਜ਼ਰੂਰ ਪ੍ਰਵਾਨ ਕਰ ਲੈਣਗੇ। ਇਹਦੇ ਨਾਲ ਸ਼ਾਇਦ ਸਾਡੇ ਉਹਨਾਂ ਭਰਾਵਾਂ ਦਾ ਸਾਰਿਆਂ ਦਾ ਭਲਾ ਹੋਵੇ। ਲੋਕਾਂ ਦਾ ਫਤਵਾ ਜਿਹੜਾ ਬਹੁਤ ਵੱਡੀ ਗੱਲ ਹੁੰਦੀ ਹੈ। ਅਖੀਰ ਫਿਰ ਡੈਮੋਕ੍ਰੇਸੀ ਦੇ ਵਿੱਚ ਸਾਡਾ ਇਹ ਹੱਲ ਹੈ। ਦੂਜਾ ਐਜੀਟੇਸ਼ਨਾਂ ਹੁੰਦੀਆਂ ਨੇ, ਧਰਨੇ ਮੁਜ਼ਾਹਰੇ ਹੁੰਦੇ ਨੇ, ਗੱਲਬਾਤ ਦਾ ਰਸਤਾ ਹੁੰਦਾ ਹੈ, ਤੇ ਇੱਕ ਡੈਮੋਕ੍ਰੇਸੀ ਦਾ ਰਸਤਾ। ਅਸੀਂ ਸਾਰੇ ਰਸਤੇ ਅਪਣਾ ਰਹੇ ਹਾਂ, ਤੇ ਵਾਹਿਗੁਰੂ ਲੱਗਦਾ ਸਾਨੂੰ ਵੀ ਹੌਲੀ ਹੌਲੀ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਕਰਾਂਗੇ ਤੇ ਕਿਰਪਾ ਜ਼ਰੂਰ ਕਰੇਗਾ। ਬਾਕੀ ਕੁਝ ਥੋੜਾ ਬਹੁਤਾ ਬਲਟੋਆ ਸਾਹਿਬ ਵੀ ਦੱਸ ਕਰਨਗੇ, ਬੀਬਾ ਜੀ ਵੀ ਕੋਈ ਨਾ ਕੋਈ ਗੱਲ ਕਰ ਲੈਣੇ, ਦੇਵਾਂਗੇ ਸਾਰੇ ਜਵਾਬ, ਕਾਹਲੀ ਨਾ ਕਰੋ। ਦੇਖੋ, ਪਹਿਲੀ ਗੱਲ ਹੈ ਜਿਹੜੀ ਸਤ ਸਿਕੰਦਰ ਸਿੰਘ ਮਲੂਕਾ ਜੀ ਨੇ ਤੁਹਾਨੂੰ ਸਾਰਾ ਹੀ ਬਿਰਤਾਂਤ ਤੁਹਾਡੇ ਸਾਹਮਣੇ ਰੱਖਤਾ ਹੈ ਕਿ ਇਸ ਵੇਲੇ ਜੇ ਪੰਜਾਬ ਦਾ ਤੇ ਕੌਮ ਦਾ ਤੇ ਸਮੁੱਚੇ ਸਿੱਖ ਜਗਤ ਦਾ ਜੇ ਸਭ ਤੋਂ ਅਹਿਮ ਮਸਲਾ ਤੇ ਉਹ ਬੰਦੀ ਸਿੰਘਾਂ ਦਾ, ਜਿਹੜਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਜਿਹਦੇ ਬਾਰੇ ਆਦੇਸ਼ ਜਾਰੀ ਕੀਤਾ ਹੋਇਆ, ਔਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਹੋਏ ਸੱਦੇ ਦੇ ਉੱਤੇ ਹੀ ਜਿਹੜਾ ਉਹਨਾਂ ਨੇ ਕੱਲ੍ਹ ਸਵੇਰੇ ਜਾਰੀ ਕੀਤਾ, ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਉਸ ਸੱਦੇ ਨੂੰ ਪ੍ਰਵਾਨ ਕਰਕੇ ਤੈਅ ਕੀਤਾ ਗਿਆ ਕਿ ਬੰਦੀ ਸਿੰਘ ਪਰਿਵਾਰਾਂ ਦੇ ਵਿੱਚੋਂ ਹੀ ਜਿਹੜਾ ਆ ਉਮੀਦਵਾਰ ਬਣਾਇਆ ਜਾਵੇ। ਔਰ ਅਸੀਂ ਸਾਰਿਆਂ ਨੂੰ ਸਾਂਝਾ ਸੱਦਾ ਦਿੰਦੇ ਹਾਂ ਕਿ ਸਾਰੇ ਹੀ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਤੋਂ ਉਮੀਦਵਾਰ ਬਣਾਇਆ ਜਾ ਰਿਹਾ, ਸਾਰੇ ਉਹਨਾਂ ਦੀ ਮਦਦ ਕਰਨ। ਔਰ ਫਿਰ ਸਾਰਾ ਕੁਝ ਸੋਚ ਕੇ ਵਿਚਾਰ ਕੇ ਕਿ ਕੌਣ ਉਮੀਦਵਾਰ ਬਣ ਸਕਦਾ ਹੈ, ਕਿ ਭਾਵੇਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ, ਉਹ ਵੀ ਬੜੀ ਵੱਡੀ ਅਹਿਮ ਸ਼ਖਸੀਅਤ ਨੇ, ਕਿਉਂਕਿ ਫਿਰ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਨੇ ਜਾਂ ਹੋਰ ਬੰਦੀ ਸਿੰਘ ਨੇ, ਤੇ ਭਾਈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਹੈ। ਜਿੰਦਾ ਸ਼ਹੀਦ ਦਾ ਖਿਤਾਬ ਆਪਣੇ ਆਪ 'ਚ ਬਹੁਤ ਵੱਡਾ ਅਹਿਮੀਅਤ ਰੱਖਦਾ ਤੇ ਇੱਕ ਤਰ੍ਹਾਂ ਦਾ ਹਿਸਟੋਰੀਕਲ ਉਹਨਾਂ ਨੂੰ ਜਿਹੜਾ ਆ ਸਨਮਾਨ ਦਿੱਤਾ ਹੋਇਆ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ। ਔਰ ਉਹ ਫਾਂਸੀ ਦੇ ਤਖਤੇ 'ਤੇ ਖੜੋਤੇ, ਕੋਈ ਉਹਨਾਂ ਦੀ ਫਾਂਸੀ ਕੋਈ ਰੱਦ ਨਹੀਂ ਕੀਤੀ ਗਈ। ਅੱਜ ਵੀ ਫਾਂਸੀ ਉਹਨਾਂ ਦੀ ਸਟੈਂਡ ਕਰਦੀ ਹੈ, ਸਟੇ ਹੋਈ ਹੈ ਕਿ ਜਿਹੜੀ ਪਟੀਸ਼ਨ ਪਾਈ ਹੋਈ ਹੈ। ਔਰ ਸਾਰਾ ਕੁਝ ਵਿਚਾਰਨ ਤੋਂ ਬਾਅਦ, ਔਰ ਇਸ ਪਰਿਵਾਰ ਦੀ, ਇਸ ਸਾਡੀ ਭੈਣ ਦੀ, ਬੀਬਾ ਕਮਲਦੀਪ ਕੌਰ ਦੀ ਉਸ ਕੁਰਬਾਨੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵੀ ਕਿ ਇਹਨਾਂ ਦੀ ਵੱਡੀ ਭੈਣ ਜਿਹੜੀ ਕਿ ਅਜੇ ਨਵੀਂ ਵਿਆਹੀ ਸੀ ਤੇ ਜਿਹਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਜਿਨ੍ਹਾਂ ਦੇ ਭਾਈ ਨੂੰ ਉਸ ਸਮੇਂ 1992 ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸਾਰੀ ਕੁਰਬਾਨੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਤੇ ਬੰਦੀ ਸਿੰਘਾਂ ਦੇ ਪਰਿਵਾਰ ਹੋਣ ਕਰਕੇ, ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦੀ ਭੈਣ ਹੋਣ ਕਰਕੇ, ਫਿਰ ਸ਼੍ਰੋਮਣੀ ਅਕਾਲੀ ਦਲ ਨੇ ਜੋ ਫੈਸਲਾ ਲਿਆ ਹੈ ਉਸ ਸੰਬੰਧੀ ਇਹਨਾਂ ਨੂੰ ਅਪੀਲ ਕਰਨ ਵਾਸਤੇ ਆਏ ਹਾਂ ਕਿ ਇਹ ਉਮੀਦਵਾਰ ਬਣਨ। ਔਰ ਜਿਮਣੀ ਚੋਣ ਜਿਹੜੀ ਹੈ ਸੰਗਰੂਰ ਲੋਕ ਸਭਾ ਦੀ, ਉਹਦੇ ਵਿੱਚ ਉਮੀਦਵਾਰ ਬਣ ਕੇ, ਤੇ ਜਿਹੜੀ ਕੌਮ ਨੂੰ ਉਮੀਦ ਹੈ, ਜਿਹੜੇ ਪੰਜਾਬ ਦੇ ਲੋਕਾਂ ਨੂੰ ਉਮੀਦ ਹੈ, ਤੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਉਮੀਦ ਲਾ ਕੇ ਬੈਠੇ ਆ, ਉਹਨਾਂ ਦੀ ਇਹ ਉਮੀਦ ਪੂਰੀ ਕਰਨ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਭੈਣ ਬੀਬਾ ਕਮਲਦੀਪ ਕੌਰ ਇਹ ਗ੍ਰੈਜੂਏਟ ਨੇ, ਇਹਨਾਂ ਨੇ BA ਵੀ ਪਾਸ ਕੀਤੀ ਹੋਈ ਹੈ। ਔਰ ਦੂਸਰੀ ਗੱਲ ਜਿਹੜੀ, ਕਿਉਂਕਿ ਇਸ ਪਾਸੇ ਇਸ ਕਰਕੇ ਵੀ ਤੁਰੇ ਹੈ ਕਿ 550 ਸਾਲਾਂ ਦੇ ਉੱਤੇ ਦੇਸ਼ ਦੀ ਸਰਕਾਰ ਨੇ ਵੀ ਨੋਟੀਫਿਕੇਸ਼ਨ ਜਾਰੀ ਕਰਤਾ 9 ਸਿੱਖਾਂ ਬਾਰੇ, 9 ਬੰਦੀ ਸਿੱਖਾਂ ਬਾਰੇ, ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਭਾਈ ਰਾਜੋਆਣਾ ਜੀ ਦੀ ਫਾਂਸੀ ਦੀ ਜਿਹੜੀ ਸਜ਼ਾ ਉਮਰ ਕੈਦ 'ਚ ਤਬਦੀਲ ਕੀਤੀ ਜਾਵੇ। ਹੁਣ ਕੇਂਦਰ ਸਰਕਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ 550 ਸਾਲਾਂ ਦੇ ਉੱਤੇ ਵੀ ਹੁਕਮ ਕਰਕੇ ਵੀ ਲਾਗੂ ਨਹੀਂ ਕਰ ਰਹੀ, ਵਿਰੋਧ ਕਰ ਰਹੀ ਹੈ। ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਬਾਰੇ ਸੁਪਰੀਮ ਕੋਰਟ ਨੇ ਕਹਿਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਨੂੰ ਰਿਹਾ ਕਰਨ 'ਚ, ਉਹਨਾਂ ਦੀ ਫਾਈਲ ਜਿਹੜੀ ਹੈ ਕੇਜਰੀਵਾਲ ਸਾਹਿਬ ਦੇ
ਟੇਬਲ ਤੇ ਪਈ ਹੈ। ਔਰ ਜਿਹੜੇ ਮੈਂਟਲੀ ਅਪਸੈਟ ਨੇ, ਜਿਹੜੇ ਸਰੀਰਕ ਤੌਰ ਤੇ ਰੋਗੀ ਨੇ, ਉਹਨਾਂ ਨੂੰ ਵੀ ਰਿਹਾ ਨਹੀਂ ਕੀਤਾ ਜਾ ਰਿਹਾ। ਦੂਜੇ ਬੰਨੇ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਨੇ ਇਹ ਪ੍ਰਾਰੀ ਵਲਨ ਜਿਹੜੇ ਨੇ, ਉਹਨਾਂ ਨੂੰ 31 ਸਾਲਾਂ ਬਾਅਦ ਰਿਹਾ ਕਰ ਦਿੱਤਾ ਜਾਂਦਾ ਹੈ। ਔਰ ਮੇਰਾ ਖਿਆਲ ਹੈ ਕਿ ਦੇਸ਼ ਦੇ ਵਿੱਚ ਕਿਸੇ ਮੁੱਖ ਮੰਤਰੀ ਨੇ ਸੰਵਿਧਾਨਕ ਅਹੁਦੇ ਤੇ ਬੈਠੇ ਹੋਏ ਨੇ ਐਡਾ ਵੱਡਾ ਮਾਣ ਤੇ ਸਨਮਾਨ ਉਹਨੂੰ ਦਿੱਤਾ ਆ। ਹਾਂਜੀ, ਕਿਉਂਕਿ ਇਹਨਾਂ ਗੱਲਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ। ਇਹ ਕੋਈ ਜਾਤੀ ਕੰਮ ਵਾਸਤੇ ਕੋਈ ਨਹੀਂ ਤੁਰੇ ਸੀਗੇ, ਕੋਈ ਆਪਦੇ ਲਾਭ ਵਾਸਤੇ ਨਹੀਂ ਸੀ ਤੁਰੇ। ਇੱਕ ਭਾਵਨਾਵਾਂ ਵਿੱਚ ਬਹਿ ਕੇ ਜੇ ਕੀਤਾ ਤੇ ਸਜ਼ਾਵਾਂ ਦੇਤੀਆਂ, ਸਜ਼ਾਵਾਂ ਕੱਟ ਲਈਆਂ, ਸਜ਼ਾਵਾਂ ਦੁਨੀਆਂ ਕੱਟ ਲਈਆਂ। ਇਸ ਕਰਕੇ ਜਿਹੜਾ ਆ ਸਰਕਾਰਾਂ ਬੇਇਨਸਾਫੀ ਕਰ ਰਹੀਆਂ ਨੇ, ਕਾਨੂੰਨ ਦੀ ਉਲੰਘਣਾ ਕਰ ਰਹੀਆਂ ਨੇ, ਸੰਵਿਧਾਨ ਦੀ ਉਲੰਘਣਾ ਕਰ ਰਹੀਆਂ ਨੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀਆਂ ਨੇ। ਉਹਨਾਂ ਦੇ ਬਾਰੇ ਫਿਰ ਉਹਨਾਂ ਨੂੰ ਜਿਹੜਾ ਆ ਇਹ ਕਦਮ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਸਮੁੱਚੇ ਸਿੱਖ ਪੰਥ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਬੰਦੀ ਸਿੰਘਾਂ ਦੇ ਪਰਿਵਾਰ ਵਿੱਚੋਂ ਇਸ ਸ਼ਹੀਦ ਪਰਿਵਾਰ ਨੂੰ ਜਿਹੜਾ ਇਹ ਮਾਣਤਾ ਦਿੱਤਾ ਜਾ ਰਿਹਾ। ਔਰ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਰਾਤੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਔਰ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਸਾਰੇ ਜਾ ਕੇ ਸਰਦਾਰ ਸਿਮਰਜੀਤ ਸਿੰਘ ਮਾਨ, ਜਿਨ੍ਹਾਂ ਨੂੰ ਖੁਦ ਸਿੱਖ ਕੌਮ ਨੇ 1999 ਦੇ ਵਿੱਚ ਚੋਣਾਂ ਦੇ ਵਿੱਚ ਖੜਿਆਂ ਕਰਕੇ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਸੀਗਾ, ਉਹਨਾਂ ਨੂੰ ਵੀ ਅਪੀਲ ਕਰਨ ਵਾਸਤੇ ਗਏ ਸੀਗੇ ਕਿ ਸਾਰੇ ਹੀ ਆਪਾਂ ਇੱਕਮਤ ਹੋ ਕੇ, ਇਕਜੁੱਟ ਹੋ ਕੇ ਬੰਦੀ ਸਿੰਘ ਦੇ ਪਰਿਵਾਰ 'ਚੋਂ ਇਲੈਕਸ਼ਨ ਲੜਾ ਕੇ ਜਿਤਾ ਕੇ ਤੇ ਆਪਾਂ ਬਾਹਰ ਲਿਆਈਏ। ਔਰ ਸਾਨੂੰ ਆਸ ਹੈ ਕਿ ਉਹ ਵੀ ਇਸ ਅਪੀਲ ਨੂੰ ਮਨਜ਼ੂਰ ਕਰਨਗੇ। ਔਰ ਨਾਲ ਹੀ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਜੀ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਜੀ ਤਾਰਾ, ਭਾਈ ਗੁਰਦੀਪ ਸਿੰਘ ਜੀ ਖੇੜਾ ਜਿਹੜੇ 32 ਸਾਲ ਤੋਂ ਜੇਲ੍ਹ 'ਚ ਬੰਦ ਨੇ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਜਿਹੜੇ ਕਿ ਜਾਂ ਦਿੱਲੀ ਸਰਕਾਰ ਦੇ ਕੈਦੀ ਨੇ, ਜਾਂ ਚੰਡੀਗੜ੍ਹ ਯੂਟੀ ਦੇ ਕੈਦੀ ਨੇ, ਤੇ ਜਾਂ ਕਰਨਾਟਕਾ ਸਰਕਾਰ ਦੇ ਕੈਦੀ ਨੇ। ਤੇ ਇਹਦੇ ਵਿੱਚ ਕੇਂਦਰ ਸਰਕਾਰ ਬੜਾ ਵੱਡਾ ਰੋਲ ਅਦਾ ਕਰ ਸਕਦੀ ਹੈ ਤੇ ਸੂਬਾ ਸੰਬੰਧਿਤ ਸਰਕਾਰਾਂ ਜਿਹੜੀਆਂ ਰੋਲ ਅਦਾ ਕਰ ਸਕਦੀਆਂ। ਇਸ ਕਰਕੇ ਜਿਹੜਾ ਆ ਇਹ ਕਦਮ ਪੁੱਟਿਆ ਜਾ ਰਿਹਾ। ਤੇ ਅੱਜ ਬੀਬਾ ਜੀ ਨੂੰ, ਆਪਣੀ ਭੈਣ ਨੂੰ ਅਪੀਲ ਕਰਨ ਵਾਸਤੇ ਆਏ ਆ ਇੱਕ ਵਫਦ ਦੇ ਰੂਪ ਦੇ ਵਿੱਚ, ਜੋ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਭੇਜਿਆ ਹੈ। ਸਾਨੂੰ ਆਸ ਹੈ ਕਿ ਸਾਡੀ ਭੈਣ ਜੀ ਸਾਡੀ ਬੇਨਤੀ ਜਿਹੜੀ ਆ, ਉਹ ਅਪੀਲ ਜਿਹੜੀ ਹੈ, ਉਹ ਪ੍ਰਵਾਨ ਕਰਨ। ਹਾਂਜੀ ਭੈਣ ਜੀ, ਕੀ ਕਹੋਗੇ? ਜੀ ਬਿਲਕੁਲ, ਬਹੁਤ ਹੀ ਸਤਿਕਾਰਯੋਗ ਸੀਨੀਅਰ ਆਗੂ ਅੱਜ ਸਾਡੇ ਘਰੇ ਆਏ ਨੇ। ਬਹੁਤ ਹੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜਿਸ ਤਰ੍ਹਾਂ ਦੀਆਂ ਭਾਵਨਾਵਾਂ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਰੱਖੀਆਂ ਗਈਆਂ ਨੇ, ਆਦੇਸ਼ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਜੀ ਨੇ, ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ। ਤੇ ਜਿਹੜੇ ਸਾਡੇ ਸੀਨੀਅਰ ਆਗੂ ਅੱਜ ਬੇਨਤੀ ਕਰਨ ਆਏ ਨੇ, ਅਸੀਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਜੀ। ਤੇ ਵੀਰ ਜੀ ਰਾਜੋਆਣਾ ਜੀ ਦੇ ਨਾਲ ਅੱਜ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਇਸ ਤੋਂ ਬਾਅਦ। ਤੇ ਉਸ ਤੋਂ ਬਾਅਦ ਵੀਰ ਜੀ ਰਾਜੋਆਣਾ ਜੀ ਜੋ ਵੀ ਕਹਿਣਗੇ ਉਹ ਸਾਨੂੰ ਮਨਜ਼ੂਰ ਹੋਏਗਾ ਜੀ। ਵੀਰ ਜੀ ਰਾਜੋਆਣਾ ਜੀ ਮਤਲਬ ਸਾਰੀ ਬੇਨਤੀ, ਸਾਰੀਆਂ ਭਾਵਨਾਵਾਂ ਅਸੀਂ ਵੀਰ ਜੀ ਰਾਜੋਆਣਾ ਜੀ ਦੇ ਨਾਲ ਜਾ ਕੇ ਸਾਂਝੀਆਂ ਕਰਾਂਗੇ। ਤੇ ਵੀਰ ਜੀ ਰਾਜੋਆਣਾ ਜੀ ਦਾ ਜੋ ਵੀ ਫੈਸਲਾ ਹੋਏਗਾ ਫਿਰ ਅਸੀਂ ਸਾਰੀ ਕੌਮ ਨੂੰ ਦੱਸ ਦੇਵਾਂਗੇ। ਇੱਕ ਚੀਜ਼ ਨੂੰ ਮੰਨਦੇ ਹੋ ਤੁਸੀਂ ਕਿ ਜਿਮਨੀ ਚੋਣ ਦੇ ਵਿੱਚ ਹੁਣ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਜਾਂ ਸਿੱਖ ਜਿਹੜੇ ਕਮਿਊਨਿਟੀ ਹੈਗੇ ਸਾਰੇ ਉਹ ਇਕਜੁੱਟ ਹੋ ਰਹੇ ਨੇ ਸਿਰਫ ਔਰ ਸਿਰਫ ਕਿ ਦੂਜੀ ਵਿਰੋਧੀ ਪਾਰਟੀਆਂ ਨੂੰ ਹਰਾ ਕੇ ਤੁਹਾਨੂੰ ਇੱਕ ਲੇਬਲ ਤੇ ਪਹੁੰਚਾਇਆ ਜਾ ਸਕੇ, ਇੱਕ ਜਗ੍ਹਾ ਤੇ ਬਿਠਾਇਆ ਜਾ ਸਕੇ ਤਾਂ ਕਿ ਤੁਸੀਂ ਹਰੇਕ ਦੀ ਆਵਾਜ਼ ਜਿਹੜੀ ਆ ਪਾਰਲੀਮੈਂਟ 'ਚ ਰੱਖ ਸਕੋ। ਬਿਲਕੁਲ ਜੀ, ਪੂਰੇ ਖਾਲਸਾ ਪੰਥ ਨੂੰ ਮਤਲਬ ਅਪੀਲ ਆ ਸਿੰਘ ਸਾਹਿਬਾਨ ਜੀ ਦੀ, ਬੰਦੀ ਸਿੰਘਾਂ ਦੀ ਰਿਹਾਈ ਤੇ ਮਤਲਬ ਇੱਕ ਬਹੁਤ ਵੱਡਾ ਬਲ ਮਿਲੇਗਾ ਜੀ। ਕੱਲ ਵੀ ਤੁਹਾਡੀ ਮੁਲਾਕਾਤ ਹੋਈ ਸੀ, ਉੱਥੇ ਕੀ ਗੱਲਬਾਤ ਹੋਈ? ਨਹੀਂ, ਕੱਲ ਸਾਡੀ ਮੁਲਾਕਾਤ ਨਹੀਂ ਹੋਈ ਜੀ, ਅੱਜ ਮੁਲਾਕਾਤ ਅਸੀਂ ਕਰਨੀ ਹੈ। ਪਰ ਤੁਸੀਂ ਇਨਕਾਰ ਕਰ ਸੀ ਕੱਲ ਦਾ ਜਿਹੜਾ ਨਹੀਂ ਚੋਣ ਲੜਨੀ ਟਵੀਟ ਕੀਤਾ। ਹਾਂਜੀ, ਇਸ ਤਰ੍ਹਾਂ ਸੀਗਾ ਕਿ ਬੰਦੀ ਸਿੰਘ ਪਰਿਵਾਰ ਸਾਡੇ ਕੋਲੇ ਬੇਨਤੀ ਲੈ ਕੇ ਆਏ ਸੀਗੇ। ਨਾ ਤਾਂ ਇੰਨੀ ਸਮਰੱਥਾ ਸਾਡੇ ਪਰਿਵਾਰ ਦੇ ਵਿੱਚ ਸੀ, ਨਾ ਹੀ ਕਿਸੇ ਬੰਦੀ ਸਿੱਖ ਪਰਿਵਾਰ ਦੇ ਵਿੱਚ ਇੰਨੀ ਸਮਰੱਥਾ ਸੀ ਕਿ ਅਸੀਂ ਚੋਣਾਂ ਲੜ ਸਕੀਏ। ਤਾਂ ਮਤਲਬ ਇਸ ਕਰਕੇ ਮੈਂ ਕਿਹਾ ਸੀਗਾ ਕਿ ਅਸੀਂ ਪਰਿਵਾਰ ਜਿਹੜੇ ਆ ਸਮਰੱਥ ਹਾਂ ਅਸੀਂ ਚੋਣਾਂ ਲੜਨ ਤੋਂ। ਪਰ ਅੱਜ ਜਦੋਂ ਮਤਲਬ ਸਾਡੇ ਸੀਨੀਅਰ ਆਗੂ ਸਾਡੇ ਕੋਲ ਆਏ ਨੇ, ਸਾਡਾ ਸਾਥ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ, ਤਾਂ ਉਸ ਟਾਈਮ ਫਿਰ ਅਸੀਂ ਵੀਰ ਜੀ ਨਾਲ ਮੁਲਾਕਾਤ ਕਰਾਂਗੇ ਜੀ। ਤੇ ਵੀਰ ਜੀ ਦਾ ਜੋ ਵੀ ਫੈਸਲਾ ਹੋਏਗਾ ਅਸੀਂ ਤੁਹਾਨੂੰ ਦੱਸ ਦੇਵਾਂਗੇ ਜੀ। ਮਲੂਕਾ ਸਾਹਿਬ, ਜਿਹੜੇ ਸਿਮਰਜੀਤ ਸਿੰਘ, ਇਹ ਮਸਲਾ ਸਾਰੀ ਕੌਮ ਦਾ ਹੈ। ਦੁਨੀਆ 'ਚ ਜਿੱਥੇ ਵੀ ਕੋਈ ਬੈਠਾ ਹੈ, ਗੁਰੂ ਨਾਨਕ ਨਾਮ ਲੇਵਾ ਪੰਜਾਬੀ ਸਿੱਖ ਉਹਨਾਂ ਦਾ ਹੈ।
ਅਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗੇ ਕਿ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਹੈ। ਆਓ ਇਹ ਤੇ ਇਕੱਠੇ ਹੋਈਏ। ਚੋਣਾਂ ਤਾਂ 2 ਸਾਲਾਂ ਨੂੰ ਫੇਰ ਆ ਜਾਣਗੀਆਂ, ਜਿਹੜਾ ਮਰਜ਼ੀ ਲੜ ਪਏ, ਅਸੀਂ ਕਿਸੇ ਨੂੰ ਨਾ ਨਹੀਂ ਕਰਾਂਗੇ। ਜਿਹੜੀ ਸੀਟ ਮੰਗੋ ਉਹਨੂੰ ਦੇ ਦਿਆਂਗੇ। ਮਾਨ ਸਾਹਿਬ ਨੂੰ ਵੀ ਰਾਤ ਸਾਡੇ ਪ੍ਰਧਾਨ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਤੇ ਨਾਲ ਸੀਨੀਅਰ ਬੰਦੇ ਸਾਡੇ ਰਾਤ ਉਹਨਾਂ ਨੂੰ ਵੀ ਬੇਨਤੀ ਕਰਕੇ ਆਏ ਆ। ਉਹਨਾਂ ਦਾ ਵੀ ਰਾਤ ਚੰਗਾ ਹਾਂ ਪੱਖੇ ਹੰਗਾਰਾ ਸੀਗਾ ਵੀ ਜੇ ਕੋਈ ਜੋ ਕੈਂਡੀਡੇਟ ਖੜਾ ਹੋਊਗਾ ਤਾਂ ਠੀਕ ਹੈ। ਬਾਕੀ ਉਹਨਾਂ ਦੀ ਮਰਜ਼ੀ, ਹਰ ਬੰਦੇ ਦੀ ਆਪਣੀ ਮਰਜ਼ੀ ਹੈ, ਪਰ ਸਾਡੀ ਹੱਥ ਬੰਨ੍ਹ ਕੇ ਬੇਨਤੀ ਸਾਰਿਆਂ ਨੂੰ ਇਹੀ ਹੈ ਕਿ ਇੱਕ ਸਾਡੇ ਕੋਲ ਮੌਕਾ ਹੈ, ਸਾਨੂੰ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ। ਜਿੱਥੇ ਸਾਨੂੰ ਏਕਤਾ ਦਿਖਾਉਣੀ ਚਾਹੀਦੀ ਹੈ, ਉੱਥੇ ਨਾਲ ਬਹੁਤ ਵੱਡਾ ਬਲ ਮਿਲੇਗਾ ਇਸ ਗੱਲ ਦੇ ਉੱਤੇ। ਜੇ ਇਕੱਠੇ ਹੋ ਕੇ ਅਸੀਂ ਚੋਣ ਲੜਦੇ ਹਾਂ, ਫਿਰ ਸਾਰੀ ਕਮਿਊਨਿਟੀ ਇਕੱਠੀ ਹੋ ਕੇ ਵੋਟਾਂ ਪਾ ਕੇ ਸੀਟ ਬੜੇ ਆਰਾਮ ਨਾਲ ਜਿੱਤੀ ਜਾਏਗੀ। ਸੋ ਬੇਨਤੀ ਕਰਨੀ ਅਸੀਂ ਅਪੀਲ ਸਾਰਿਆਂ ਨੂੰ ਹੱਥ ਬੰਨ੍ਹ ਕੇ ਅੱਜ ਵੀ ਕਰਦੇ ਹਾਂ, ਕੱਲ੍ਹ ਵੀ ਕਰਾਂਗੇ, ਬਾਅਦ 'ਚ ਵੀ ਕਰਾਂਗੇ, ਕਰਦੇ ਰਹਿਣਾ ਹੈ ਨਿਮਰਤਾ ਨਾਲ। ਅਸੀਂ ਤਾਂ ਹਰ ਸਿੱਖ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਵੀ ਕਰਦੇ ਹਾਂ, ਅਸੀਂ ਤਾਂ ਦੂਜੀਆਂ ਪਾਰਟੀਆਂ ਨੂੰ ਵੀ ਕਰਦੇ ਹਾਂ ਕਿ ਤੁਸੀਂ ਵੀ ਇਹ ਸੀਟ ਖੁੱਲ੍ਹੀ ਛੱਡ ਦਿਓ। ਚੋਣਾਂ ਹੁੰਦੀਆਂ ਰਹਿੰਦੀਆਂ, ਇਹ ਸੀਟ ਨਾਲ ਨਾ ਕੋਈ ਗੌਰਮੈਂਟ ਬਣਨੀ ਹੈ, ਨਾ ਕੋਈ ਗੌਰਮੈਂਟ ਡਿੱਗਣੀ ਹੈ। ਇਹ ਇੱਕ ਵੱਡਾ ਸੁਨੇਹਾ ਜਾਏਗਾ ਸਾਰਾ ਦਿੱਲੀ ਦੀ ਗੌਰਮੈਂਟ ਤੱਕ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ। ਮਲੂਕਾ ਸਾਹਿਬ, ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਨੇ ਲੀਡਰ, ਨਾਲ ਹੀ ਜਿਹੜੇ ਰਾਜਾ ਵੜਿੰਗ ਨੇ ਵੀ ਟਵੀਟ ਕੀਤਾ ਸੀਗਾ ਕਿ ਸਰਬਸੰਮਤੀ ਦੇ ਨਾਲ ਜਿਹੜੇ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਜੀ ਹੈਗੇ ਆ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ, ਤਾਂ ਉਸ ਨੂੰ ਫੈਸਲੇ ਨੂੰ ਕਿਵੇਂ ਦੇਖਦੇ? ਕਿ ਦੇਖੋ ਉਹ ਵੀ ਗੱਲ ਸਾਡੇ ਕੋਲੇ ਨਹੀਂ ਹਲੇ ਆਈ। ਜੇ ਪਾਰਟੀ ਹਾਈ ਕਮਾਂਡ ਕੋਲੇ ਆਈ ਹੋਈ ਉਹਦੇ ਤੇ ਪਾਰਟੀ ਹਾਈ ਕਮਾਂਡ ਹੀ ਕੋਈ ਫੈਸਲਾ ਕਰ ਸਕਦੀ ਹੈ। ਸਾਡੀ ਜਿਹੜੀ ਡਿਊਟੀ ਲੱਗੀ ਹੈ, ਜਿਸ ਕੰਮ ਲਈ ਅਸੀਂ ਅੱਜ ਆਏ ਹਾਂ, ਅਸੀਂ ਉਹ ਤੁਹਾਨੂੰ ਦੱਸ ਸਕਦੇ ਹਾਂ। ਜਿਹੜੀ ਗੱਲ ਸਾਡੇ ਕੋਈ ਧਿਆਨ 'ਚ ਹੈ ਨਹੀਂ ਹਲੇ, ਉਹਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ। ਸਰ, ਬੰਦੀ ਸਿੱਖਾਂ ਨੂੰ ਲੈ ਕੇ ਕੇਂਦਰ ਸਰਕਾਰ ਹਰ ਵਾਰੀ ਐਲਾਨ ਜ਼ਰੂਰ ਕਰਦੀ ਹੈ, ਗੱਲਾਂ ਕਰਦੀ ਹੈ, ਜ਼ਮੀਨੀ ਸਤਰ ਤੇ ਕੰਮ ਕੁਝ ਨਹੀਂ ਹੋ ਰਿਹਾ। ਲੱਗਦਾ ਹੈ ਕਿ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜ਼ਮੀਨੀ ਸਤਰ ਤੇ ਕੰਮ ਹੋ ਜਾਵੇ। ਇਸ ਚੀਜ਼ ਨੂੰ ਅਪੀਲ ਵੀ ਕੀਤੀ ਜਾਵੇ। ਉਹੀ ਗੱਲ ਆਪਾਂ ਕਰਦੇ ਹਾਂ ਕਿ ਜਿਵੇਂ ਭੁੱਲਰ ਸਾਹਿਬ ਨੇ, ਉਹ ਬੋਰਡ ਹੈ ਬਣਿਆ ਵਾ, 4 ਮੀਟਿੰਗਾਂ ਹੋ ਗਈਆਂ, ਕੋਈ ਦੋਸ਼ ਨਹੀਂ। ਮਾੜਾ ਜਿਹਾ ਲਿਖ ਕੇ ਪੰਜਾਬ, ਜਿਹੜਾ ਬੰਦਾ ਮੈਂਟਲੀ ਵਿਚਾਰਾ ਸੈੱਟ ਹੀ ਨਹੀਂ ਹੈਗਾ, ਅਪਸੈਟ ਹੈਗਾ, ਉਮਰ ਆਪਦੀ ਕੈਦ ਸਾਰੀ ਪੂਰੀ ਕੱਟ ਚੁੱਕਿਆ, ਸੁਪਰੀਮ ਕੋਰਟ ਨੇ ਕਲੀਅਰੈਂਸ ਦੇਤੀ ਵੀ ਉਹਨੂੰ ਛੱਡਣ ਦੇ ਵਿੱਚ ਹੁਣ ਤੁਹਾਨੂੰ ਕੀ ਤਕਲੀਫ ਹੈ? ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਨਾ, ਫਿਰ ਜਾਣਬੁੱਝ ਕੇ ਮਹਿਸੂਸ ਹੁੰਦਾ ਨਾ ਕਿ ਵਿਤਕਰਾ ਕੀਤਾ ਜਾ ਰਿਹਾ। ਸੋ ਇਵੇਂ ਜਿਵੇਂ ਆਪਾਂ ਕੋਰਟਾਂ ਜਿਹੜੀ ਸਜ਼ਾ ਦਿੰਦੀ ਉਹ ਵੀ ਸਜ਼ਾ ਹੀ ਹੁੰਦੀ ਹੈ ਨਾ, ਸਜ਼ਾ ਹਰ ਬੰਦਾ ਮੰਨ ਲੈਂਦਾ ਜਿਹੜੀ ਦੇਤੀ। ਕੋਰਟ ਦਾ ਫੈਸਲਾ ਆਪਾਂ ਨੇ, ਰੱਬ ਦਾ ਤੇ ਜੱਜ ਦਾ ਫੈਸਲਾ ਇੱਕੋ ਹੀ ਹੈ, ਆਪਾਂ ਮੰਨ ਲੈਂਦੇ ਹਾਂ। ਤੇ ਜੇ ਫੈਸਲਾ ਜਿਹੜਾ ਜੱਜ ਨੇ ਕਰਤਾ ਉਹਨੂੰ ਵੀ ਸਰਕਾਰਾਂ ਡਿੱਕਾ ਲਾਈ ਬੈਠੀਆਂ ਤੇ ਫਿਰ ਸਰਕਾਰਾਂ ਕਿਤੇ ਨਾ ਕਿਤੇ ਬੇਈਮਾਨ ਤਾਂ ਹੈਗੀਆਂ ਨਾ। ਜੱਜਾਂ ਦੇ ਫੈਸਲਿਆਂ ਨੂੰ ਤਾਂ ਕੋਈ ਡਿੱਕਾ ਲਾਉਂਦਾ ਹੀ ਨਹੀਂ। ਆਮ ਰੂਲ ਇਹ ਹੈ ਕਿ ਜਦੋਂ ਕਿਸੇ ਕੈਦੀ ਦੀ ਕੈਦ ਪੂਰੀ ਹੋ ਜਾਂਦੀ ਹੈ, 1 ਦਿਨ ਵੀ ਨਹੀਂ ਰੱਖਦੇ ਉਹਨੂੰ ਉੱਥੇ। 1 ਦਿਨ ਵੀ ਰੱਖਣਾ ਜੇਲ੍ਹ ਦੇ ਵਿੱਚ ਪਾਪ ਹੈ, ਬਹੁਤ ਵੱਡਾ ਪਾਪ ਹੈ ਕਿਸੇ ਬੇਗੁਨਾਹ ਨੂੰ ਜੇਲ੍ਹ ਦੇ ਵਿੱਚ ਰੱਖਣਾ 1 ਦਿਨ ਵੀ, ਉਦੋਂ ਕੈਦ ਤੋਂ ਜ਼ਿਆਦਾ। ਤੇ ਫਿਰ ਸਰਕਾਰਾਂ ਜਿੱਥੇ ਜ਼ੁਲਮ ਕਰ ਰਹੀਆਂ ਉੱਥੇ ਪਾਪ ਵੀ ਕਮਾ ਰਹੀਆਂ। ਲੱਗਦਾ ਮਾਨ ਸਾਹਿਬ ਮੰਨ ਜਾਣਗੇ ਜੀ। ਬੀਜੇਪੀ ਔਰ ਕਾਂਗਰਸ ਦੀ ਜਿਹੜੀ ਸੋਚ ਹੈਗੀ ਕਿਤੇ ਨਾ ਕਿਤੇ ਸੇਮ ਹੀ ਹੈ, ਕਿਉਂਕਿ ਬੰਦੀ ਸਿੱਖਾਂ ਨੂੰ ਲੈ ਕੇ ਹਾਲੇ ਤੱਕ ਤਾਂ ਇਹੀ ਲੱਗਦੀ ਹੈ। ਕੁਛ ਠੀਕ ਹੈ, ਕੁਛ ਗੱਲਾਂ ਕੀਤੀਆਂ ਨੇ ਮੋਦੀ ਸਾਹਿਬ ਨੇ, ਕੁਛ ਬੰਦੇ ਛੱਡੇ ਨੇ, ਕੁਛ ਕਾਲੀ ਸੂਚੀ ਖਤਮ ਕੀਤੀ ਹੈ, ਵਿਸ਼ਵਾਸ ਦਵਾਇਆ। ਅਸੀਂ ਹੁਣ ਵੀ ਆਸ ਕਰਦੇ ਹਾਂ ਕਿ ਹਲੇ ਵੀ ਉਹ ਇਸ ਗੱਲ ਨੂੰ ਸਮਝਣਗੇ, ਕਿਉਂਕਿ ਸਾਰਾ ਕੁਝ ਹੋਇਆ ਤਾਂ ਕਾਂਗਰਸ ਵੇਲੇ ਆ ਸਾਰਾ ਕੁਝ। ਤੇ ਮੋਦੀ ਸਾਹਿਬ ਤੇ ਇਹਦਾ ਕ੍ਰੈਡਿਟ ਲੈਣਾ ਚਾਹੀਦਾ, ਮੋਦੀ ਸਾਹਿਬ ਨੂੰ ਸਗੋਂ ਖੁੱਲ੍ਹੇ ਮਨ ਦੇ ਨਾਲ ਇਹਦਾ ਕ੍ਰੈਡਿਟ ਲੈਣਾ ਚਾਹੀਦਾ। ਇਨਸਾਫ ਦੇਣਾ ਚਾਹੀਦਾ ਲੋਕਾਂ ਨੂੰ, ਬੰਦੀ ਸਿੰਘਾਂ ਨੂੰ ਇਨਸਾਫ, ਕੌਮ ਨੂੰ, ਸਾਰਿਆਂ ਨੂੰ। ਮੋਦੀ ਸਾਹਿਬ ਨੂੰ ਇਨਸਾਫ ਦੇਣਾ ਚਾਹੀਦਾ ਹੈ। ਸਰ, ਜੇ ਮਾਨ ਸਾਹਿਬ ਨਹੀਂ ਮੰਨਦੇ ਤਾਂ ਵੀ ਇਹ ਮਾਨ ਸਾਹਿਬ ਤਾਂ ਹੁਣ ਅਸੀਂ ਕਹਿ ਨਹੀਂ ਸਕਦੇ ਅੱਜ ਤੱਕ ਕੁਝ। ਅਸੀਂ ਤਾਂ ਬੇਨਤੀ ਕਰਾਂਗੇ ਕਿ ਉਹ ਮੰਨਣ। ਨਹੀਂ, ਜੇ ਨਹੀਂ ਮੰਨਦੇ ਤਾਂ ਵੀ ਪੈਣਾ ਨਹੀਂ, ਇਹ ਤਾਂ ਫਿਰ ਨਹੀਂ ਵਾਲਾ ਤਾਂ ਬਾਅਦ ਚ ਵੇਖਾਂਗੇ। ਤਾਂ ਅਸੀਂ ਤਾਂ ਕਹਿੰਦੇ ਮੰਨਣ ਉਹ ਬੇਨਤੀ ਨੂੰ, ਸਾਰਿਆਂ ਨੂੰ ਉਹ ਮੰਨਣ। ਸਾਡੀ ਤਾਂ ਹੱਥ ਬੰਨ੍ਹ ਕੇ ਉਹਨਾਂ ਨੂੰ ਬੇਨਤੀ ਹੈ, ਪੈਰੀਂ ਹੱਥ ਲਵਾ ਲੈਣ, ਮਨਾ ਲੈਣ, ਮੰਨਣ। ਚੋਣ ਹੋਰ ਆ ਜੂਗੀ 2 ਸਾਲਾਂ ਨੂੰ, ਕੋਈ ਗੱਲ ਨਹੀਂ, ਉਦੋਂ ਜਿੱਥੇ ਚਾਹਣਗੇ ਲੜਾਵਾਂਗੇ ਚੋਣ ਉਹਨਾਂ ਨੂੰ। ਸਤਿਕਾਰਯੋਗ ਨੇ ਸਾਡੇ। ਇਹਦਾ ਮਤਲਬ ਤੁਹਾਡੇ ਵੱਲੋਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾ ਚੁੱਕੇ? ਨਹੀਂ, ਸਾਡੇ ਕੋਲ ਉਮੀਦਵਾਰ ਐਲਾਨਣ ਦਾ ਅਧਿਕਾਰ ਨਹੀਂ। ਸਾਨੂੰ ਭੇਜਿਆ ਬੀਬੀ ਜੀ ਨੂੰ ਬੇਨਤੀ ਕਰਨ ਦੀ ਖਾਤਰ। ਬੀਬਾ ਜੀ ਜਾਣਗੇ ਪਟਿਆਲੇ, ਅੱਜ ਭਾਈ ਸਾਹਿਬ ਨੂੰ ਮਿਲਣਗੇ, ਭਾਈ ਰਾਜੋਆਣਾ ਜੀ ਨੂੰ, ਉਹਨਾਂ ਦੀ ਹਰੀ ਝੰਡੀ ਲੈਣਗੇ, ਫਿਰ ਇਹ ਦੱਸਣਗੇ ਆਪਦਾ ਫੈਸਲਾ। ਫਿਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਨਾਉਂਸਮੈਂਟ ਕਰਨਗੇ ਜੀ। ਮਲੂਕਾ ਸਾਹਿਬ, ਅਕਾਲੀ ਦਲ ਤੇ ਕਾਂਗਰਸੀ, ਜਿਹੜੇ ਕਾਂਗਰਸ ਦੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਵਿਧਾਨ ਸਭਾ ਚੋਣਾਂ 'ਚ ਬਹੁਤ ਡਿੱਗਾ ਸੀਗਾ, ਇਸ ਕਰਕੇ ਹੁਣ ਉਹ ਇਸ ਪਲ ਚੁਣਿਆ ਹੈਗਾ ਵੀ ਸਿੱਖ ਪੰਥ ਨੂੰ। ਇਹ ਵੇਖੋ, ਇਹ ਐਵੇਂ ਇਹਨਾਂ ਨੂੰ ਘਮੰਡ ਨਹੀਂ ਕਰਨਾ ਚਾਹੀਦਾ। ਤੁਹਾਨੂੰ ਮੈਂ ਗੱਲ ਦੱਸ ਦਿੰਦਾ, 99 ਦੇ ਵਿੱਚ ਅਕਾਲੀ ਦਲ ਦੀਆਂ, ਸਾਡੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਸਾਰੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ 99 ਦੇ ਵਿੱਚ। ਉਸ ਤੋਂ ਬਾਅਦ 91 ਦੇ ਵਿੱਚ ਇਹਨਾਂ ਨੇ ਵੋਟਾਂ ਨਾ ਪਾਈਆਂ ਮੌਕੇ ਤੇ, ਕਾਂਗਰਸ ਨੇ ਬਾਈਕਾਟ ਕਰਤਾ, ਡਰਦੀ ਭੱਜ ਗਈ ਸੀ ਚੋਣਾਂ ਲੜਨ ਤੋਂ। 92 'ਚ ਫਿਰ ਇਹਨਾਂ ਨੇ ਚੋਣਾਂ ਕਰਾਈਆਂ, ਅਸੀਂ ਨਹੀਂ ਲੜੇ ਸੀ।
ਤੇ 96 ਚ ਅਸੀਂ ਹਨੇਰੀ ਵਾਂਗੂ ਆ ਗਏ ਸੀ, ਫਿਰ ਸਾਰੀਆਂ ਸੀਟਾਂ ਜਿੱਤ ਗਏ ਸੀ ਪਾਰਲੀਮੈਂਟ ਦੀਆਂ ਪੰਜਾਬ 'ਚ। 97 ਚ ਅਸੀਂ 93 ਸੀਟਾਂ ਜਿੱਤ ਕੇ ਪੰਜਾਬ 'ਚ ਸਰਕਾਰ ਬਣਾਈ ਸੀ। ਇਹ ਐਵੇਂ ਉਹਨਾਂ ਦੀ ਗਲਤਫਹਿਮੀ ਹੈ ਜਿਹੜੀ ਅਸੀਂ ਦੂਰ ਕਰ ਦਿਆਂਗੇ ਬੜੀ ਛੇਤੀ। ਸਰ ਵਿਪਕਸ਼ ਇਹ ਵੀ ਕਹਿੰਦਾ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ, ਕੇਂਦਰ ਦੇ ਨਾਲ ਭਾਈਵਾਲ ਸੀਗੇ, ਉਦੋਂ ਜ਼ੋਰ ਕਿਉਂ ਨਹੀਂ ਦਿੱਤਾ? ਉਦੋਂ ਵੀ ਹੋ ਸਕਦਾ ਸੀਗਾ। ਨਹੀਂ, ਉਦੋਂ ਵੀ ਕਾਫੀ ਬਹੁਤ ਬੰਦੇ ਛਡਾਏ ਆ, ਉਦੋਂ ਕਈਆਂ ਦਾ ਸਮਾਂ ਰਹਿੰਦਾ ਸੀਗਾ ਪੂਰਾ ਹੋਣ ਦਾ। ਬਹੁਤ ਬੰਦੇ ਉਦੋਂ ਵੀ ਛਡਾਏ ਆ, ਕਾਲੀ ਸੂਚੀ ਖਤਮ ਕਰਾਈ ਹੈ, ਕਾਫੀ ਲੋਕਾਂ ਨੂੰ ਉਦੋਂ ਵੀ ਰਿਹਾ ਕਰਾਇਆ। ਨਹੀਂ ਕਿ ਅਸੀਂ ਕੋਸ਼ਿਸ਼ਾਂ ਨਹੀਂ ਕੀਤੀਆਂ, ਪਰ ਸਾਰਾ ਕੁਝ ਅਸੀਂ ਇਹ ਕਲੇਮ ਕਰਦੇ ਹਾਂ ਕਿ ਸਾਰਾ ਕੁਝ ਸਾਡੇ ਹੱਥ 'ਚ ਨਹੀਂ ਸੀ। ਸੈਂਟਰ ਸਰਕਾਰ ਕੋਈ ਸਾਰੀਆਂ ਗੱਲਾਂ ਨਹੀਂ ਸੀ ਸਾਡੀਆਂ ਮੰਨਦੀ। ਐਵੇਂ ਅਸੀਂ ਤੁਹਾਨੂੰ ਕਹਿ ਦਈਏ ਕਿ ਜੋ ਅਸੀਂ ਕਹਿੰਦੇ ਆ ਉਹੀ ਮੰਨਦੀ ਸੀਗੀ। ਜਿੰਨਾ ਕੁ ਉਹਨਾਂ ਨੂੰ ਫਿੱਟ ਬੈਠਦਾ ਸੀ ਉਨੀ ਕੁ ਮੰਨ ਲੈਂਦੇ ਸੀ, ਦੂਜੀ ਨਹੀਂ ਵੀ ਮੰਨਦੇ ਸੀ ਉਹ। ਹਾਂਜੀ, ਇੱਕ ਜੀ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਰਫਾਰਮੈਂਸ ਹੈ ਉਹ ਠੀਕ ਨਹੀਂ ਰਹੀ। ਤੇ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਨੇ, ਉਹਦੇ 'ਚ ਇੱਕ ਪਾਰਲੀਮੈਂਟ ਸੀਟ ਨੂੰ ਛੱਡ ਕੇ ਜਿਹੜੀ ਸੰਗਰੂਰ ਦੀ ਹੈ, ਬਾਕੀ ਸਾਰੀ ਥਾਈਂ ਆਮ ਆਦਮੀ ਪਾਰਟੀ ਦੀ ਜਮਾਨਤਾਂ ਜ਼ਬਤ ਹੋਈਆਂ ਨੇ, ਸਾਰੇ ਸੈਗਮੈਂਟ 'ਚ ਜ਼ਬਤ ਹੋਈਆਂ ਨੇ ਜਿਹੜੇ ਵਿਧਾਨ ਸਭਾ ਨੇ। ਤੇ ਅੱਜ ਉਹ 92 MLA ਲੈ ਕੇ ਸਰਕਾਰ ਬਣਾ ਗਏ ਨੇ। ਬਾਈ ਇਲੈਕਸ਼ਨਾਂ ਡਰਦੇ ਲੜਦੇ ਹੀ ਨਹੀਂ ਸੀ। ਹਾਂਜੀ, ਫਿਰ ਦੂਸਰੀ ਗੱਲ ਜਿਹੜੀ ਹੈ, ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਅਸੀਂ ਅੱਜ ਜਿੱਥੇ ਪੰਥਕ ਧਿਰਾਂ ਨੂੰ, ਪੰਥਕ ਜਥੇਬੰਦੀਆਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਭੈਣ ਦਾ ਹੱਕ ਬਣਦਾ ਹੈ। ਅੱਜ ਬੰਦੀ ਸਿੰਘਾਂ ਦੇ ਨਾਲ ਖੜਨ ਦੀ ਲੋੜ ਹੈ। ਇੱਕ ਦਿਨ ਕੱਟਣਾ ਔਖਾ ਹੋ ਜਾਂਦਾ ਹੈ। ਕੋਈ 10 ਦਿਨ ਜੇਲ੍ਹ 'ਚ ਕੱਟ ਆਉਣਾ ਤਾਂ ਕਹਿੰਦਾ ਕਿ ਮੈਂ ਬੜੀ ਵੱਡੀ ਕੁਰਬਾਨੀ ਦੇਤੀ, ਤੇ 32 ਸਾਲਾਂ ਤੋਂ ਜੇਲ੍ਹ 'ਚ ਬੰਦ ਆ, ਤੇ ਚੱਕੀਆਂ 'ਚ ਬੰਦ ਆ, ਛੋਟੀਆਂ 'ਚ। ਜਿਹੜੇ ਹਾਲਾਤਾਂ 'ਚ ਨੇ ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਡੇ ਵਰਗਿਆਂ ਨੇ ਭਾਵੇਂ 10-10 ਸਾਲ ਜੇਲ੍ਹਾਂ ਕੱਟੀਆਂ, ਪਰ ਸਾਨੂੰ ਪਤਾ ਹੈ ਕਿ ਜੇਲ੍ਹ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਗੱਲ ਕਰਦੇ ਹਾਂ। ਔਰ ਨਾਲ ਹੀ ਭਗਵੰਤ ਮਾਨ ਹੋਰਾਂ ਨੇ ਵੀ, ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਭਗਵੰਤ ਮਾਨ ਹੋਰੀ ਉੱਥੇ ਜਾ ਕੇ ਬੋਲਦੇ ਸੀ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਕੇਜਰੀਵਾਲ ਜੀ ਕਹਿੰਦੇ ਸੀ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਕਿ ਕੀ ਇਹ ਸ਼ਬਦਾਂ ਤੱਕ ਕੀ ਇਹ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੇ ਆਪ ਨੂੰ ਜਾਲੀ ਪੰਥਕ ਬਣਾਉਣ ਤੱਕ ਹੀ ਤੁਸੀਂ ਸੀਮਿਤ ਸੀ? ਜਾਂ ਅੱਜ ਤੁਸੀਂ ਜਦੋਂ ਬੰਦੀ ਸਿੰਘਾਂ ਦੀ ਅਸਲੀਅਤ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਦੇ ਵੱਲੋਂ ਅੱਜ ਜਿਹੜਾ ਕਦਮ ਚੁੱਕਿਆ ਗਿਆ, ਉਹਦੇ ਵਿੱਚ ਵੀ ਤੁਸੀਂ ਭਾਈਵਾਲ ਬਣ ਕੇ ਤੇ ਅੱਜ ਸੰਗਰੂਰ ਸੀਟ ਤੋਂ ਕੇਵਲ ਤੇ ਕੇਵਲ ਅਸੀਂ ਤੇ ਕਹਾਂਗੇ ਕਿ ਜਨਾਨੀ ਮਸਲੀ ਸਰਬਸੰਮਤੀ ਦੇ ਨਾਲ ਕੋਈ ਵੀ ਪਾਰਟੀ ਜਿਹੜੀ ਆ ਆਪਣਾ ਉਮੀਦਵਾਰ ਨਾ ਖੜਾ ਕਰੇ, ਕਿਉਂਕਿ ਬੰਦੀ ਸਿੰਘਾਂ ਦਾ ਸਵਾਲ ਹੈ। ਅੱਜ ਹਰੇਕ ਸਿੱਖ, ਹਰੇਕ ਹਿੰਦੂ, ਹਰੇਕ ਮੁਸਲਮਾਨ, ਹਰੇਕ ਈਸਾਈ, ਅੱਜ ਸਾਰੇ ਭਾਈਚਾਰੇ ਚਾਹੁੰਦੇ ਹੈ ਕਿ ਯਾਰ ਜੋ ਬੀਤ ਗਿਆ ਸੋ ਬੀਤ ਗਿਆ, ਉਹਨਾਂ ਨਾਲ ਜ਼ਿਆਦਤੀ ਨਹੀਂ ਹੋਣੀ ਚਾਹੀਦੀ। ਸਾਡੇ ਆਪਣੇ ਆ ਉਹ ਬਾਹਰ ਹੋਣੇ ਚਾਹੀਦੇ ਆ। ਔਰ ਹਰੇਕ ਸਿੱਖ ਚਾਹੇ ਕਿਸੇ ਵੀ ਪਾਰਟੀ 'ਚ ਬੈਠਾ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ। ਪਰ ਅੱਜ ਸਾਡਾ ਵੀ ਉਹਨਾਂ ਨੂੰ ਸਵਾਲ ਹੈ ਤੇ ਬੇਨਤੀ ਹੈ ਕਿ ਭਾਈ ਗੱਲ ਹੀ ਨਾ ਕਰੋ, ਅੱਜ ਖੜੋ, ਆਪਣੇ ਆਪ ਨੂੰ ਸੋਚੋ, ਆਪਣੇ ਦਿਮਾਗ 'ਚੋਂ ਪਿਕਚਰ ਲਿਆਣ ਕੇ ਦੇਖੋ ਕਿ ਕਿਵੇਂ ਸਾਡੇ ਭਰਾ ਅੱਜ ਉਸ ਨਰਕ ਦੇ ਵਿੱਚ, ਉਹਨਾਂ ਕਸ਼ਟਾਂ ਦੇ ਵਿੱਚ 30-30, 32-32 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਤੇ ਉਹਨਾਂ ਨੂੰ ਜੇ ਰਿਹਾ ਕਰਵਾ ਸਕਦੇ ਆ, ਅਸੀਂ ਕਰਵਾ ਸਕਦੇ ਹਾਂ। ਸਾਡਾ ਜਾਤੀ ਤੇ ਜਮਾਤੀ ਤੇ ਸਾਡਾ ਸਿੱਖ ਹੋਣ ਦੇ ਨਾਤੇ ਤੇ ਪੰਜਾਬੀ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਨਾਲੇ ਅਸੀਂ ਤਾਂ ਇਨਸਾਫ ਮੰਗਦੇ ਆ। ਕਹਿ ਤੋਂ ਕੱਟੀ ਬੈਠੇ ਜੀ, ਉਹਨਾਂ ਤਾਂ ਨਜਾਇਜ਼ ਰੱਖੀ ਬੈਠੇ ਜਿਹੜਾ। ਹਾਂਜੀ, ਨਹੀਂ ਮੈਂ ਜਾਲੀ ਨਹੀਂ ਕਿਹਾ, ਅਸੀਂ ਜਾਲੀ ਨਹੀਂ ਕਿਹਾ। ਨਹੀਂ ਮੈਂ ਨਹੀਂ ਕਿਹਾ। ਮੈਂ ਕਿਹਾ ਕਿ ਪੰਥ ਦੀ ਗੱਲ ਕਰਦੇ ਰਹੇ ਆ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਕੀ ਉਹ ਜਾਲੀ ਪੰਥਕ ਬਣ ਕੇ? ਕਿ ਪੰਥ ਦੇ ਜਜ਼ਬਾਤਾਂ ਦੀ ਤੁਸੀਂ ਗੱਲ ਕਰਦੇ ਜੇ ਪੰਥ ਦੇ ਜਜ਼ਬਾਤਾਂ ਦੀ ਗੱਲ ਕਰਦੇ ਜੇ ਤੇ ਆਓ ਫਿਰ, ਆਓ ਨਾਲ ਖੜੋ ਫਿਰ। ਅੱਜ ਪੰਥ ਦੀ ਗੱਲ ਹੋਣ ਰਹੀ ਹੈ, ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ, ਫਿਰ ਤੁਹਾਡਾ ਅੱਜ ਇਮਤਿਹਾਨ ਹੈ। ਬਲਟੋਆ ਸਾਹਿਬ, ਜਿਹੜਾ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਲੱਗਦਾ ਕਿ ਪਹਿਲਾਂ ਆਮ ਆਦਮੀ ਜਿਹੜੇ ਭਗਵੰਤ ਮਾਨ ਸੀਗੇ ਉਹਨਾਂ ਦੀ ਭੈਣ ਦੀ ਗੱਲ ਚੱਲ ਰਹੀ ਸੀ ਕਿ ਉਹਨੂੰ ਚੋਣਾਂ ਚਿੱਠਾ ਕਰ ਸਕਦੇ, ਪਰ ਲੱਗਦਾ ਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ ਹੈਗਾ, ਇਸ ਕਰਕੇ ਉਹਨਾਂ ਦੇ ਇੱਕ ਕਮਜ਼ੋਰ ਕੈਂਡੀਡੇਟ ਜਾਂ ਇੱਕ ਜ਼ਿਲ੍ਹਾ ਪ੍ਰਧਾਨ ਲੈਵਲ ਦਾ ਇਹ ਹੈ। ਠੀਕ ਹੈ, ਦੇਖੋ ਇਹ ਗੱਲ ਵਿੱਚ ਕੋਈ ਦੁਰਾਵਾ ਨਹੀਂ ਗਿਆ। ਉਹਦਾ ਭਾਈ ਨੇ ਪੋਸਟਰ ਵੀ ਲਾਤੇ ਸੀਗੇ। ਇਲੈਕਸ਼ਨ ਜਿਹੜੀ ਹੈ ਭਗਵੰਤ ਮਾਨ ਹੋ ਰਹੀ ਆਪਣੀ ਭੈਣ ਨੂੰ ਲੜਾਉਣਾ ਚਾਹੁੰਦੇ ਸੀ, ਜਿਸ ਤਰ੍ਹਾਂ ਦੀ ਉੱਥੇ ਪੋਸਟਰਬਾਜ਼ੀ ਕੀਤੀ ਗਈ ਹੈ, ਜਿਸ ਤਰ੍ਹਾਂ ਦਾ ਉੱਥੇ ਪ੍ਰਚਾਰ ਕੀਤਾ ਗਿਆ। ਪਰ ਜਿਹੜੇ ਹਾਲਾਤ ਬਣ ਗਏ ਆ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਤੇ ਲੋਕਾਂ ਦੇ ਵਿੱਚ ਬਹੁਤ ਵੱਡੀ ਨੈਗੇਟਿਵਿਟੀ ਜਿਹੜੀ ਹੈ ਪੈਦਾ ਹੋ ਗਈ ਹੈ, ਉਹਦੇ ਕਰਕੇ ਭਗਵੰਤ ਮਾਨ ਹੋਰਾਂ ਡਰਦੇ ਆ ਆਪਣੀ ਭੈਣ ਨੂੰ ਨਹੀਂ ਖੜਿਆ ਕੀਤਾ। ਤੇ ਇੱਕ ਆਪਣੇ ਵਲੰਟੀਅਰ ਨੂੰ ਕਿ ਕੱਲ ਨੂੰ ਜਿਹੜਾ ਆ ਕਿ ਉਸ ਗੱਲ ਤੋਂ ਬਚ ਸਕਾਂ ਕਿ ਭਗਵੰਤ ਮਾਨ ਹੋਰਾਂ ਨੇ ਭੈਣ ਖੜੀ ਕੀਤੀ ਸੀ ਤੇ ਅੱਜ ਹਾਰ ਗਏ, ਉਹਨਾਂ ਦੇ ਮਨ 'ਚ ਵੀ ਹਾਰਨ ਦਾ ਖਦਸ਼ਾ ਆ, ਡਰ ਹੈ ਕਿ ਜਿਹੜੇ ਹਾਲਾਤ ਬਣ ਰਹੇ ਨੇ ਅਸੀਂ ਹਾਰ ਸਕਦੇ ਹਾਂ। ਤੇ ਅਸੀਂ ਤੇ ਉਹਨਾਂ ਨੂੰ ਸੱਦਾ ਦਿੰਦੇ ਕਿ ਭਾਈ ਜੋ ਹੋ ਗਿਆ ਉਹ ਆਪੋ ਆਪਣੀ ਥਾਂ 'ਤੇ ਹੈ,
ਆਓ ਅੱਜ ਜੇ ਤੁਹਾਡੇ ਮਨ 'ਚ ਮਾੜਾ ਮੋਟਾ ਵੀ ਦਰਦ ਹੈਗਾ ਆ ਤੇ ਬੰਦੀ ਸਿੰਘਾਂ ਦੇ ਪਰਿਵਾਰ ਦੇ ਨਾਲ ਇਹ ਸਾਰਿਆਂ ਦੇ ਸਾਂਝੇ ਆ। ਇਹ ਕੋਈ ਅਕਾਲੀ ਦਲ ਦੀ ਇਹਨਾਂ ਤੇ ਮੋਹਰ ਨਹੀਂ ਲੱਗੀ ਜਾਂ ਸਾਡੀ ਕੋਈ ਮੋਹਰ ਨਹੀਂ ਲੱਗੀ, ਕਿ ਸਾਡੀ ਕੱਲਿਆਂ ਦੀ ਭੈਣ ਨਹੀਂ ਗਈ ਜਾਂ ਉਹ ਸਾਡੇ ਕੱਲਿਆਂ ਦੇ ਭਾਈ ਨਹੀਂ ਗਏ, ਉਹ ਸਾਰੇ ਸਮੁੱਚੇ ਪੰਜਾਬੀਆਂ ਦੇ ਸਮੁੱਚੇ ਸਿੱਖ ਜਗ ਦੇ ਭਾਈ ਨੇ। ਪੰਜਾਬ ਸਰਕਾਰ ਪਹਿਲਾਂ ਮਿਲਣ ਨਹੀਂ ਆਈ, ਉਸ ਤੋਂ ਬਾਅਦ 4 ਦਿਨ ਬਾਅਦ ਮਿਲਣ ਆਇਆ, ਤੇ ਹੁਣ ਜਿਹੜੇ ਭਗਵੰਤ ਮਾਨ ਹੈਗੇ ਤੇ ਆਮ ਆਦਮੀ ਪਾਰਟੀ ਇਹ ਬਿਆਨ ਦੇ ਰਹੀ ਹੈ ਕਿ ਜਿਹੜੇ ਗੈਂਗਸਟਰਵਾਦ ਹੈ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਤੇ ਕਾਂਗਰਸ ਦੇ ਨਹੀਂ ਮਿਲਣ ਪਤਾ ਕਿਵੇਂ ਗਿਆ, ਘਰਾਂ ਨੂੰ ਜਿੰਦੇ ਲਾਤੇ, ਅੰਦਰ ਘਰਾਂ ਨੂੰ ਜਿੰਦੇ ਲਾਤੇ, ਲੋਕਾਂ ਨੂੰ ਬਾਅਦ 3 ਲਾਈਨਾਂ ਬਣਾਈਆਂ ਸੁਰੱਖਿਆ ਦੀਆਂ, 4 ਚਪੇਰੋਂ ਪਿੰਡ ਨੂੰ ਘੇਰ ਲਿਆ ਗਿਆ, 2500 ਬੰਦਾ ਲਾਇਆ, ਘਰਾਂ 'ਚ ਲੋਕਾਂ ਨੂੰ ਜਿੰਦੇ ਲਾਤੇ। ਕਦੇ ਅੱਜ ਤਾਈਂ ਹੋਇਆ ਕੋਈ ਮੁੱਖ ਮੰਤਰੀ ਕਿਤੇ ਜਾਵੇ ਮਿਲਣ? ਗੈਂਗਸਟਰਾਂ ਨਾਲ ਕਹਿ ਰਹੇ ਜੀ। ਹਾਂ, ਤੇ ਬਾਕੀ ਇਹ ਤਾਂ ਪਾਰਲੀਮੈਂਟ ਦੀ ਚੋਣ ਵੀ ਸਿਰਫ 2 ਸਾਲ ਵਾਸਤੇ ਹੀ ਹੈ, ਇਹ ਤਾਂ 2 ਸਾਲ ਵਾਸਤੇ ਹੀ ਹੈ, ਕੋਈ ਲੰਮੇ ਸਮੇਂ ਵਾਸਤੇ ਵੀ ਨਹੀਂ। ਸਰ ਰਵਨੀਤ ਬਿੱਟੂ ਇਸ ਗੱਲ ਦਾ ਵਿਰੋਧ ਕਰਦੇ ਸੀ ਕਿ ਭਾਈ ਰਾਜਵਾਨਾ ਦੀ ਰਿਹਾਈ ਨਹੀਂ ਹੋਣੀ ਚਾਹੀਦੀ, ਉਹਨਾਂ ਨੇ ਚਿੱਠੀ ਵੀ ਲਿਖੀ ਸੀ, ਤੁਸੀਂ ਕਿਵੇਂ ਦੇਖਦੇ? ਚਲੋ ਉਹ ਜਾਣਦਾ ਸੀ, ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਦੇ, ਉਹ ਜਾਣੇ, ਉਹਦਾ ਕੰਮ ਜਾਣੇ। ਇਸ ਸਵਾਲ ਦਾ ਜਵਾਬ ਤੁਹਾਡੇ ਤੋਂ ਕਿਹੜੇ ਦਿਨ ਕਿ ਰਵਨੀਤ ਸਿੰਘ ਬਿੱਟੂ ਅਕਸਰ ਬੰਦੀ ਸਿੱਖਾਂ ਦੇ ਖਾਸ ਤੌਰ ਤੇ ਭਾਈ ਸਾਹਿਬ ਰਾਜਵਾਨਾ ਜੀ ਦਾ ਜਿਹੜੀ ਰਿਹਾਈ ਦੇ ਉੱਤੇ ਹਮੇਸ਼ਾ ਨੈਗੇਟਿਵ ਕਰਦੇ ਰਹੇ ਨੇ। ਉਹ ਦੇਖੋ, ਪਹਿਲੀ ਤੇ ਗੱਲ ਹੈ ਕਿ ਉਹਨਾਂ ਦੇ ਭੂਆ ਜੀ ਜਿਹੜੇ ਆ ਹਰਕਮਲ ਕੌਰ ਵੱਡੇ ਥਾਂ ਤੇ ਨਹੀਂ ਨਾ, ਉਹਨਾਂ ਦੇ ਬਾਪ ਦੀ ਭੈਣ ਹੈ ਨਾ, ਤੇ ਭੂਆ ਦੀ ਮੰਨ ਲੈਣ। ਭੂਆ ਕੀ ਕਹਿੰਦੀ ਹੈ ਕਿ ਰਿਹਾ ਹੋਣੇ ਚਾਹੀਦੇ, ਰਿਹਾ ਹੋਣੇ ਚਾਹੀਦੇ ਆ। ਉਹ ਵੀ ਤੇ ਬੈਂਸੋਂ ਦੀ ਧੀ ਸੀ ਨਾ, ਇਹਨਾਂ ਦੀ ਭੂਆ ਲੱਗਦੀ ਹੈ ਨਾ। ਹੁਣ ਇਹਦੇ ਮਨ 'ਚ ਕੀ ਜ਼ਹਿਰ ਆ? ਅੱਜ ਜ਼ਹਿਰੀਲੀਆਂ ਗੱਲਾਂ ਕਰਨ ਦਾ ਮੌਕਾ ਨਹੀਂ ਗਾ, ਜ਼ਹਿਰੀਲੀਆਂ ਕਰ ਕਰਕੇ ਅੱਗੇ ਜ਼ਹਿਰ ਫੈਲਦਾ ਰਿਹਾ। ਅੱਜ ਸਾਂਝੀ ਗੱਲ ਕਰੋ, ਅੱਜ ਪੰਜਾਬ ਦੇ ਅੰਦਰ ਅਮਨ ਤੇ ਚੈਨ ਦੀ ਸਥਾਪਤੀ ਦੀ ਗੱਲ ਕਰੋ, ਭਾਈਚਾਰਕ ਸਾਂਝ ਦੀ ਗੱਲ ਕਰੋ। ਜੋ ਉਦੋਂ ਬੀਤ ਗਿਆ ਯਾਰ ਹੁਣ ਛੱਡੋ, ਤੇ ਨਾਲੇ ਜਿਹੜੀ ਸਜ਼ਾ ਦਿੱਤੀ ਸਜ਼ਾ ਤਾਂ ਕੱਟ ਲਈ, ਜਾਂ ਤਾਂ ਹੁਣ ਵੀ ਸਜ਼ਾ ਨਹੀਂ ਕੱਟੀ, ਸਜ਼ਾ ਕੱਟ ਲਈ ਹੈ। ਉਸ ਤੋਂ ਬਾਅਦ ਵੀ ਤੁਸੀਂ ਐਵੇਂ ਸਿਆਸੀ ਤੌਰ ਤੇ ਗੱਲ ਕਰੀ ਜਾਓ, ਕਿਸੇ ਗੱਲ ਕਰਕੇ ਕਿਸਾਨੀ ਅੰਦੋਲਨ ਦੌਰਾਨ ਉਹਨਾਂ ਨੇ ਜਿਹਨੇ ਕਤਲ ਕੀਤਾ ਸੀਗਾ ਉਹਨੂੰ ਲੈ ਕੇ ਤੁਸੀਂ ਕਿਹਾ ਸੀਗਾ ਕਿ ਉੱਥੇ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ, ਤੇ ਇਹ ਚੀਜ਼ਾਂ ਬਿਲਕੁਲ ਸਹੀ ਹੋ ਰਹੀਆਂ, ਲੱਗਦਾ ਕਿ ਸਹੀ ਹੈ, ਇਦਾਂ ਹੀ ਹੋਣਾ ਚਾਹੀਦਾ? ਇਹ ਸਵਾਲ ਨਹੀਂ ਸਮਝਿਆ ਮੈਂ। ਸਰ ਰਾਜੀਵ ਗਾਂਧੀ ਦੇ ਜਿਹਨੇ ਕਤਲ ਕੀਤਾ ਸੀਗਾ ਉਹਦੀ ਰਿਹਾਈ ਹੋ ਚੁੱਕੀ ਹੈ, ਤੁਸੀਂ ਦੱਸਿਆ, ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੁੱਖ ਮੰਤਰੀ ਉੱਥੇ ਦੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ, ਤੇ ਇਹ ਚੀਜ਼ਾਂ ਮਤਲਬ ਬਿਲਕੁਲ ਸਹੀ ਹੋ ਰਹੀਆਂ, ਇਦਾਂ ਹੀ ਹੋਣਾ ਚਾਹੀਦਾ? ਇਹ ਦੇਖੋ, ਸਭ ਤੋਂ ਵੱਡੀ ਗੱਲ ਆ ਕਿ ਅੱਜ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ, ਉਹਨਾਂ ਦੇ ਹਿਊਮਨ ਰਾਈਟਸ ਜਿਹੜੇ ਨੇ ਉਹ ਕੁਚਲੇ ਜਾ ਰਹੇ। ਸੰਵਿਧਾਨ ਦੇਸ਼ ਦਾ ਜੋ ਕਹਿੰਦਾ ਉਹਦੀ ਉਲੰਘਣਾ ਹੋ ਰਹੀ ਹੈ। ਇਸ ਕਰਕੇ ਅਸੀਂ ਜਿਹੜੀ ਉਸ ਬੇਇਨਸਾਫੀ ਦੀ ਗੱਲ ਕਰ ਰਹੇ ਹਾਂ। ਬਾਕੀ ਜਿਹੜਾ ਆ ਉਹ ਮਾਣ ਸਨਮਾਨ ਦੇ ਵੀ ਹੱਕਦਾਰ ਨੇ ਕਿ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਜਿਹੜਾ ਉਸ ਸਮੇਂ ਦੀ ਸਰਕਾਰ ਨੇ ਜਿਹੜਾ ਜ਼ੁਲਮ ਕੀਤਾ ਸੀਗਾ, ਉਸ ਜ਼ੁਲਮ ਦੇ ਵਿਰੁੱਧ ਜਿਹੜਾ ਉਹਨਾਂ ਨੇ ਕੋਈ ਕਦਮ ਚੁੱਕਿਆ ਸੀ ਜਜ਼ਬਾਤੀ ਹੋ ਕੇ, ਤੇ ਸਜ਼ਾਵਾਂ ਭੁਗਤੀਆਂ ਨੇ, ਤੇ ਸਜ਼ਾਵਾਂ ਭੁਗਤਣ ਵਾਲੇ ਜਿਹੜੇ ਨੇ ਕੋਈ ਆਪਦੇ ਨਿੱਜ ਵਾਸਤੇ ਤਾਂ ਗਏ ਨਹੀਂ ਸੀਗੇ। ਹਾਂਜੀ, ਤੇ ਇਸ ਕਰਕੇ ਜਿਹੜਾ ਹੈ ਉਹ ਤੇ ਆਪਣੀ ਥਾਂ ਤੇ ਅਸੀਂ ਤੇ ਇੰਨੀ ਅਪੀਲ ਕਰਦੇ ਹਾਂ ਕਿ ਫਿਲਹਾਲ ਇਸ ਜਿਹੜਾ ਕਦਮ ਚੁੱਕਿਆ ਇਹਨੂੰ ਸ਼ਕਤੀ ਦੇਣ ਵਾਸਤੇ, ਬੰਦੀ ਸਿੰਘ ਨੂੰ ਰਿਹਾਈ ਦਿਵਾਉਣ ਵਾਸਤੇ ਹੀ ਜਿਹੜਾ ਇਹ ਕਦਮ ਚੁੱਕਿਆ ਜਾ ਰਿਹਾ ਹੈ ਕਿ ਬੀਬਾ ਕਮਲਦੀਪ ਕੌਰ ਜਿਹੜੇ ਜਿਨ੍ਹਾਂ ਨੂੰ ਉਮੀਦਵਾਰ ਬਣਨ ਵਾਸਤੇ ਅਪੀਲ ਕੀਤੀ ਗਈ ਆ, ਉਹ ਉਮੀਦਵਾਰ ਬਣਦੇ ਆ, ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਜਿਹੜਾ ਹੈ ਸਾਰੀਆਂ ਪੰਥਕ ਧਿਰਾਂ ਜਿਹੜੀਆਂ ਨੇ ਉਹ ਸਹਿਯੋਗ ਦੇਣ ਤੇ ਇਹ ਮਦਦ ਕਰਨ। ਅਪੀਲ ਕੀਤੀ ਆ, ਪੰਥ ਨੂੰ ਅਪੀਲ ਕੀਤੀ ਕਿ ਬਾਕੀ ਪਾਰਟੀਆਂ ਦੇ ਨਾਲ ਵੀ ਮੁਲਾਕਾਤ ਕਰੂੰਗੇ ਕਿ ਇਲੈਕਸ਼ਨ ਜਿਹੜੀ ਹੈ ਅਸੀਂ ਤਾਂ ਹਰ ਨੂੰ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਤੇ ਵੱਧ ਤੋਂ ਵੱਧ ਮਿਲਾਂਗੇ, ਜਾਣ ਨੂੰ ਤਿਆਰ ਆ ਹਰ ਕੋਲੇ ਨੰਗੇ ਪੈਰੀ। ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਨਾ ਤਾਂ ਆਮ ਆਦਮੀ ਪਾਰਟੀ, ਨਾ ਬੀਜੇਪੀ ਔਰ ਨਾ ਹੀ ਕਾਂਗਰਸ ਬੰਦੀ ਸਿੱਖਾਂ ਦੀ ਗੱਲ ਕਰ ਰਹੀ ਹੈ, ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਅੱਗੇ ਆ ਰਹੀ ਹੈ ਇਸ ਪੂਰੇ ਮੁੱਦੇ ਨੂੰ ਲੈ ਕੇ? ਦੇਖੋ, ਮੈਂ ਮੋਟੀ ਜੀ ਗੱਲ ਕਰਾਂ, ਰਵਨੀਤ ਸਿੰਘ ਬਿੱਟੂ ਨੂੰ ਛੱਡ ਕੇ ਸਮੁੱਚੀ ਕਾਂਗਰਸ ਵੀ ਗੱਲ ਕਰਦੀ ਹੈ, ਆਮ ਆਦਮੀ ਪਾਰਟੀ ਕੇਜਰੀਵਾਲ ਵੀ ਗੱਲ ਕਰਦਾ ਰਿਹਾ ਆ, ਭਗਵੰਤ ਮਾਨ ਵੀ ਗੱਲ ਕਰਦਾ ਰਿਹਾ ਆ, ਔਰ ਜਿਹੜੀ ਪੰਜਾਬ ਦੀ ਬੀਜੇਪੀ ਹੈ ਉਹ ਵੀ ਕਹਿੰਦੀ ਹੈ ਕਿ ਹੋਣਾ ਚਾਹੀਦਾ ਹੈ। ਪਰ ਉਹਨਾਂ ਦਾ ਫਰਜ਼ ਬਣਦਾ ਕਿ ਕੇਂਦਰ ਵਾਲੀ ਜਿਹੜੀ ਬੀਜੇਪੀ ਹੈ, ਨਹੀਂ ਅਸੀਂ ਤੁਹਾਨੂੰ ਵੀ ਸਵਾਲ ਕਰਦੇ ਆ, ਚਲੋ ਅਸੀਂ ਤੁਹਾਨੂੰ ਪ੍ਰੈਸ ਨੂੰ ਸਵਾਲ ਕਰਦੇ ਆ। ਇੱਕ ਮੇਰੀ ਇੱਧਰ ਗੱਲ ਸੁਣੋ, ਇੱਕ ਮਿੰਟ ਇੱਧਰ ਗੱਲ ਸੁਣੋ, ਪਹਿਲਾਂ ਮੇਰੇ ਵਾਲੀ ਗੱਲ। ਕਾਨੂੰਨ ਬਣਿਆ, ਜਿਹੜਾ ਕੋਈ ਬੰਦਾ ਕਰਦਾ ਉਹਨੂੰ ਅਦਾਲਤ ਸਜ਼ਾ ਦਿੰਦੀ ਹੈ, ਸਜ਼ਾ ਪੂਰੀ ਕਰ ਲੈਂਦਾ ਬੰਦਾ ਛੁੱਟ ਜਾਂਦਾ, ਤੇ ਇਹੀ ਅਸੀਂ ਮੰਗ ਕਰਦੇ ਆ। ਜੋ ਦੇਸ਼ ਦਾ ਸੰਵਿਧਾਨ ਕਹਿੰਦਾ, ਜੋ ਦੇਸ਼ ਦਾ ਕਾਨੂੰਨ ਕਹਿੰਦਾ।